ਅਸੀਂ ਤਾਂ ਵੈਸੇ ਪੱਥਰਾਂ ਨੂੰ ਵੀ ਤਾਰ ਲਿਆ ਏ ਸਰ ਜੀ, ਐ ਪਰ ਇੱਕ ਹੁਸਨ ਨੇ ਸਾਨੂੰ ਮਾਰ ਲਿਆ ਏ ਸਰ ਜੀ। ਅੱਜ ਕੱਲ੍ਹ ਮੇਰੀ ਜੇਬ 'ਚ ਥੋੜ੍ਹਾ ਭਾਰਾਪਣ ਹੈ ਆਇਆ, ਦੱਸਿਓ ਤੁਹਾਡੇ ਕੋਲੋਂ ਕਿੰਨਾ ਧਾਰ ਲਿਆ ਏ ਸਰ ਜੀ। ਨਫ਼ਰਤਾਂ, ਧੋਖੇ, ਬਦਨਾਮੀ ਤੇ ਹੋਰ ਬੜਾ ਕੁਝ ਦਿੱਤਾ, ਜਿਸ ਨੇ ਵੀ ਇਸ ਚੰਦਰੇ ਕੋਲੋਂ ਪਿਆਰ ਲਿਆ ਏ ਸਰ ਜੀ। ਕਹਿੰਦੇ ਕਵਿਤਾ ਲਿਖ ਕੇ ਸ਼ਾਇਰ ਮਨ ਹਲਕਾ ਹੈ ਕਰਤਾ, ਮੀਤ ਹੁਣਾ ਵੀ ਆਪਣਾ ਸੀਨਾ ਠਾਰ ਲਿਆ ਏ ਸਰ ਜੀ। ਇੱਕ ਰਚਨਾ ਉਹਨਾਂ ਲਈ ਜੋ ਘਰ ਘਰ ਤੱਕ ਕਿਤਾਬਾਂ ਪਹੁੰਚਾਉਂਦੇ ਹਨ, ਜਸਵੀਰ ਬੇਗਮਪੁਰੀ ਹੁਣੀ। ਘਰ ਘਰ ਤੱਕ ਕਿਤਾਬ ਪਹੁੰਚਾਵੇ ਹਰ ਅੜਚਣ ਨੂੰ ਚੀਰ, ਬੇਗਮਪੁਰੇ ਦਾ ਵਾਸੀ ਮਹਿਰਮ ਨਾਮ ਉਹਦਾ ਜਸਵੀਰ। ਵਿਗੜਿਆਂ ਤਿਗੜਿਆਂ ਨੂੰ ਰਸਤੇ 'ਤੇ ਲੈ ਕੇ ਆਉਂਦਾ ਡੰਡਾ, ਮੇਰੇ ਲਈ ਪਰ ਪੁਸਤਕ ਆਈ ਬਣ ਕੇ ਮੇਰਾ ਪੀਰ। ਸਾਡੇ ਮੁਲਕ ਨੂੰ ਕਿਸੇ ਪੱਖੋਂ ਵੀ ਕੋਈ ਨਾ ਹੋਊ ਖਤਰਾ, ਜੇਕਰ ਜਾਤਾਂ ਪਾਤਾਂ ਛੱਡ ਕੇ ਰਲ ਕੇ ਬੈਠਣ ਵੀਰ। ਸੋਹਣੇ ਲੋਕੋ ਵਕਤ ਹੋਇਆ ਤਾਂ ਸਾਰੇ ਰਲ ਕੇ ਪੜ੍ਹਿਓ, ਗਾਲਿਬ ਸਾਹਿਰ ਜੌਨ ਇੰਦੌਰੀ ਨਜਮੀ ਸਾਬਰ ਮੀਰ। ਜਿਸ ਦਿਨ ਹਰ ਇੱਕ ਘਰ ਦੇ ਅੰਦਰ ਖੁੱਲੀਆਂ ਆਣ ਕਿਤਾਬਾਂ, ਫਿਰ ਨਹੀਂ ਰਹਿਣੀ ਸੋਚ ਵਿਚਾਰੀ ਬਦਲ ਜਾਣੀ ਤਕਦੀਰ, ਫਿਰ ਨਹੀਂ ਰਹਿਣੀ ਸੋਚ ਵਿਚਾਰੀ ਬਦਲ ਜਾਣੀ ਤਕਦੀਰ। ਗੁਗਲੀ ਐਂਟਰਟੇਨਮੈਂਟ। ਤੇਰੇ ਤੇ ਮੈਂ ਕਵਿਤਾ ਲਿਖਣੀ, ਲੇਖਣ ਦੀ ਪ੍ਰਕਿਰਿਆ ਕੀ ਹੈ? ਦਿਲ ਕਰਦਾ ਤੈਨੂੰ ਵੇਖੀ ਜਾਵਾਂ, ਵੇਖਣ ਦੀ ਪ੍ਰਕਿਰਿਆ ਕੀ ਹੈ? ਤੇਰੀ ਇੱਜ਼ਤ ਉੱਚੇ ਕੱਦ ਦੀ, ਮੈਂ ਤੇ ਨੀਵੀਂ ਥਾਂ ਵਰਗਾ ਆ। ਲੋਕੀ ਕਹਿਣਗੇ ਖੇਖਣ ਕਰਦਾ, ਖੇਖਣ ਦੀ ਪ੍ਰਕਿਰਿਆ ਕੀ ਹੈ? ਕਹਿੰਦੇ ਆਸ਼ਿਕ ਵਿਕ ਜਾਂਦੇ ਨੇ ਪਿਆਰ ਮੁਹੱਬਤ ਪਾਉਣ ਦੀ ਖਾਤਰ, ਮੈਂ ਵੀ ਖੁਦ ਨੂੰ ਵੇਚ ਦਿਆਂਗਾ, ਵੇਚਣ ਦੀ ਪ੍ਰਕਿਰਿਆ ਕੀ ਹੈ? ਵੇਚਣ ਦੀ ਪ੍ਰਕਿਰਿਆ ਕੀ ਹੈ? ਗੁਗਲੀ ਐਂਟਰਟੇਨਮੈਂਟ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਫ਼ਰੇ ਜ਼ਿੰਦਗੀ ਦੇ ਐਪੀਸੋਡ 45 ਦੇ ਵਿੱਚ ਅੱਜ ਤੁਹਾਡੇ ਸਾਰਿਆਂ ਦੇ ਰੂਬਰੂ ਕਰ ਰਹੇ ਹਾਂ ਕਵੀ ਮੀਤ ਜੀ ਨੂੰ। ਮੀਤ ਸੋਭਤ ਦੇ ਨਾਂ ਨਾਲ ਜਾਣਿਆ ਜਾਂਦਾ। ਜ਼ਿੰਦਗੀ ਦਾ ਪੈਂਡਾ, ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ ਵਾ ਅਤੇ ਇੱਕੋ ਲਾਂਘ ਦੇ ਨਾਲ ਹਲਚਲ ਪੈਦਾ ਕਰ ਦਿੱਤੀ। ਉਹ ਸਾਰੀ ਤੁਸੀਂ ਜਾਣਦੇ ਹੋ ਅਤੇ ਉਮੀਦਾਂ ਵੀ ਬੜੀਆਂ ਮੀਤ ਤੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਤਾਬਾਂ ਜਿਹੜੀਆਂ ਵਾ, ਹੋਰ ਪੰਜਾਬੀ ਦੀਆਂ ਪੁਸਤਕਾਂ ਜਿਹੜੀਆਂ ਵਾ, ਕਵਿਤਾਵਾਂ ਦੀਆਂ ਪੁਸਤਕਾਂ ਜਿਹੜੀਆਂ ਤੁਹਾਡੀ ਝੋਲੀ ਪਾਵੇ। ਅਤੇ ਇਸੇ ਤਰ੍ਹਾਂ ਹੀ ਤੁਸੀਂ ਇਹਨਾਂ ਨਾਲ ਪਿਆਰ ਬਣਾ ਕੇ ਰੱਖੋ, ਇਹਨਾਂ ਨੂੰ ਅਸ਼ੀਰਵਾਦ ਦਿਓ, ਸ਼ੁਭ ਕਾਮਨਾਵਾਂ ਦਿਓ, ਤਾਂ ਜੋ ਆਉਣ ਵਾਲੇ ਦਿਨਾਂ ਦੇ ਵਿੱਚ ਮੀਤ ਦਾ ਸੋਹਣਾ ਭਵਿੱਖ ਜਿਹੜਾ ਵਾ ਸਾਡੇ ਸਾਰਿਆਂ ਦੇ ਸਾਹਮਣੇ ਹੋਵੇ। ਅਤੇ ਮੀਤ ਜੀ ਨਾਲ ਕਰਦੇ ਹਾਂ ਗੱਲਾਂ। ਮੀਤ ਜੀ, ਆਪਣਾ ਪਿੰਡ ਕਿਹੜਾ? ਬਹੁਤ ਬਹੁਤ ਧੰਨਵਾਦ ਸਰ। ਪਹਿਲਾਂ ਤਾਂ ਮੇਰਾ ਪਿੰਡ ਬਾਹਮਣੀਵਾਲ ਹੈ, ਪੱਟੀ ਦੇ ਨੇੜੇ, ਤਰਨਤਾਰਨ ਡਿਸਟ੍ਰਿਕਟ ਦੇ ਵਿੱਚ। ਆਪਣਾ ਪੱਟੀ ਦੇ ਬਿਲਕੁਲ ਥੋੜ੍ਹਾ ਜਿਹਾ 7 ਕਿਲੋਮੀਟਰ ਦੂਰ ਤੋਂ ਮੇਰਾ ਪਿੰਡ ਹੈ ਬਾਹਮਣੀਵਾਲ। ਅਤੇ ਮੈਂ ਬੇਸਿਕਲੀ ਪੜ੍ਹਿਆ ਵੀ ਸਕੂਲ ਦੇ ਲਾਗੇ ਪਿੰਡ ਆ। ਸ਼ੁਰੂਆਤ ਮੈਂ ਉੱਥੋਂ ਕੀਤੀ ਸੀ ਪੜ੍ਹਾਈ ਦੀ। ਉਬੋਗੇ ਪਿੰਡ ਆ, ਉੱਥੋਂ ਸਰ ਦੇਸਰਾਜ ਹੁਣਾਂ ਦਾ ਸਕੂਲ ਸੀ, ਉੱਥੋਂ ਗੁਰੂ ਅਰਜਨ ਦੇਵ ਨਾਮ ਸੀ ਸਕੂਲ ਦਾ। ਮੈਂ 5ਵੀਂ ਤੱਕ ਦੀ ਪੜ੍ਹਾਈ ਉੱਥੋਂ ਕੀਤੀ, ਜਿਹੜੀ ਕਿ ਮੈਨੂੰ ਲੱਗਦਾ ਕਿ ਸਭ ਤੋਂ ਜਿਹੜੀ ਵਧੀਆ ਪੜ੍ਹਾਈ ਉਸ ਸਮੇਂ ਦੀ ਹੁਣ ਤੱਕ ਦੀ ਜਿਹੜੀ ਮੈਂ ਪੜ੍ਹਾਈ ਕੀਤੀ ਹੈ, ਉਹ ਜਿਹੜੇ ਮੋਢੇ ਆ ਨਾ ਜਿਹੜਾ, ਉਹ ਹੁਣ ਉਹ ਲੈਵਲ ਦਾ ਨਹੀਂ ਰਿਹਾ। ਉਦੋਂ ਦੀ ਜਿਹੜੀ ਪੜ੍ਹਾਈ 5 ਜਿਹੜੀਆਂ ਉਦੋਂ ਕੀਤੀਆਂ, ਉਹ ਮੈਨੂੰ ਸਭ ਤੋਂ ਵਧੀਆ ਲੱਗਦੀਆਂ। ਫਿਰ ਉਸ ਤੋਂ ਬਾਅਦ ਮੈਂ ਆਪਣੇ ਪੱਟੀ ਤੋਂ ਹੀ ਸੁਕਰਦ ਇੰਟਰਨੈਸ਼ਨਲ ਪਬਲਿਕ ਸਕੂਲ ਤੋਂ ਪੜ੍ਹਿਆ। ਉਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਸੀਨੀਅਰ ਸੈਕੰਡਰੀ ਸਕੂਲ ਪੱਟੀ ਤੋਂ ਮੈਂ +2 ਕੀਤੀ। ਫਿਰ ਜਿਹੜੀ ਗ੍ਰੈਜੂਏਸ਼ਨ ਆ ਉਹ ਆਪਣੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ ਤੋਂ ਹੀ ਆ ਮੇਰੀ ਗ੍ਰੈਜੂਏਸ਼ਨ। ਫਿਰ ਉਸ ਤੋਂ ਬਾਅਦ ਮੇਰੀ MA ਜਿਹੜੀ ਆ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਮੇਨ ਕੈਂਪਸ ਅੰਮ੍ਰਿਤਸਰ ਤੋਂ ਹੈ। ਅਤੇ ਬਸ ਲੋਕਡਾਊਨ ਤੋਂ ਪਹਿਲਾਂ ਤੱਕ ਇਹੋ ਹੀ ਮੇਰੀ ਪੜ੍ਹਾਈ ਦਾ ਜਿਹੜਾ ਜਾਂ ਸਟੱਡੀ ਦਾ ਜਿਹੜਾ ਸਿਸਟਮ ਇੰਨਾ ਕੀ ਚੱਲਿਆ। ਪਰਿਵਾਰ ਜਿਹੜਾ ਵਾ ਪੇਂਡੂ ਪਿਛੋਕੜ ਦੇ ਨਾਲ ਆ, ਕੋਈ ਘਰ ਦੇ ਵਿੱਚ ਹੋਰ ਵੀ ਇਸ ਤਰ੍ਹਾਂ ਕਿਸੇ ਨੂੰ ਲਿਖਣ ਦਾ ਸ਼ੌਂਕ ਸੀ, ਜਾਂ ਤੁਹਾਨੂੰ ਕਿਵੇਂ ਇਹ ਚਿਟਕ ਲੱਗੀ? ਨਹੀਂ, ਘਰ ਦੇ ਵਿੱਚ ਲਿਖਣ ਦਾ ਤਾਂ ਇੰਨਾ ਹੈ ਨਹੀਂ ਸੀ, ਕੋਈ ਘਰੋਂ ਤਾਂ ਨਹੀਂ ਕੋਈ ਲਿਖਦਾ। ਹਾਂ, ਬਚਪਨ ਦੇ ਵਿੱਚ ਮੈਂ ਜਿਹੜੀ ਘਰੋਂ ਇੰਨਾ ਜ਼ਰੂਰ ਸੀ ਕਿ ਕਿਤਾਬਾਂ ਦਾ ਥੋੜ੍ਹਾ ਬੜਾ ਆਉਣ ਜਾਣ ਹੈ ਸੀ। ਕਾਦਰ ਯਾਰ ਦਾ ਕਿੱਸਾ ਮੈਂ ਬਚਪਨ ਦੇ ਵਿੱਚ ਆਪਣੇ ਘਰੇ ਦੇਖਿਆ ਸੀ, ਬਹੁਤ ਪੁਰਾਣਾ ਸੀ ਉਦੋਂ, ਉਹ ਪੜ੍ਹਿਆ ਸੀ। ਅਤੇ ਇਹ ਹੈ ਸੀ ਕਿ ਕਿਤਾਬਾਂ ਕਿਤੇ ਨਾ ਕਿਤੇ ਘਰ ਦੇ ਪੜ੍ਹਦੇ ਸੀ, ਪਰ ਲਿਖਣ ਦਾ ਕਿਤੇ ਵੀ ਮੈਂ ਸ਼ੁਰੂਆਤ ਕੀਤੀ ਹੈ, ਇਹ ਕਹਿ ਸਕਦੇ ਹਾਂ। ਤੁਹਾਡੇ ਪਿਤਾ ਜੀ ਦਾ ਨਾਂ ਔਰ ਮਾਤਾ ਜੀ ਦਾ? ਮੇਰੇ ਪਿਤਾ ਜੀ ਦਾ ਨਾਂ ਹਰਮੰਦਰ ਸਿੰਘ, ਸਰਦਾਰ ਹਰਮੰਦਰ ਸਿੰਘ। ਮਾਤਾ ਜੀ ਦਾ ਨਾਮ ਕੁਲਵਿੰਦਰ ਕੌਰ। ਅਤੇ ਉਹਨਾਂ ਦੀ ਜਿਹੜੀ ਪੜ੍ਹਾਈ ਆ ਮਾਤਾ ਜੀ ਹੋਣਾ ਨੇ, ਅਤੇ ਉਸ ਸਮੇਂ ਮੇਰੇ ਹਿਸਾਬ ਨਾਲ 3 ਜਾਂ 4ਥੀ ਕਲਾਸ ਹੀ ਕੀਤੀ ਸੀ।
ਤੇ ਮੇਰੇ ਫਾਦਰ ਸਾਹਿਬ ਨੇ 10ਵੀਂ ਤੱਕ ਦੀ ਪੜ੍ਹਾਈ ਕੀਤੀ ਹੋਈ ਹੈ ਤੇ ਉਸ ਤੋਂ ਬਾਅਦ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਉਹਨਾਂ ਨੇ ਆਪਣਾ ਸਾਰਾ ਯੋਗਦਾਨ ਦਿੱਤਾ। ਸੋਹਬਤ ਲਿਖਣ ਦਾ ਜਿਹੜਾ ਵਾ ਖਿਆਲ ਆ ਉਹ ਕਿਵੇਂ ਆਇਆ ਤੇ ਮਹਿਸੂਸ ਹੁੰਦਾ ਸੀਗਾ ਕਿ ਇਹ ਇੰਨੀ ਜਲਦੀ ਜਿਹੜੀ ਆ ਪਾਠਕਾਂ ਦੇ ਵਿੱਚ ਜਿਹੜਾ ਮਜ਼ਬੂਤ ਘੇਰਾ, ਜਿਹੜਾ ਵਿਸ਼ਾਲ ਘੇਰਾ ਜਿਹੜਾ ਪੈਦਾ ਕਰ ਲੇਗੀ? ਮੈਨੂੰ ਤਾਂ ਇਹ ਇੱਕ ਚਮਤਕਾਰ ਹੀ ਲੱਗਦਾ ਆ ਕਿ ਇਸ ਤਰੀਕੇ ਨਾਲ ਹੋ ਗਿਆ। ਮੈਂ ਸ਼ੁਰੂ ਤੋਂ ਲਿਖਦਾ ਹੁੰਦਾ ਸੀ ਕਵੀਸ਼ਰੀ ਲਿਖਣੀ, ਕਿਉਂਕਿ ਮੈਨੂੰ ਸ਼ੁਰੂ ਤੋਂ ਕਵੀਸ਼ਰੀ ਸੁਣਦਾ ਬਹੁਤ ਸੀ। ਉਦੋਂ ਨਾ ਇੱਕ ਪਿੰਡਾਂ ਵਿੱਚ ਜਦੋਂ ਮੇਲੇ ਲੱਗਦੇ ਨਾ ਉੱਥੇ ਜ਼ਿਆਦਾ ਕਵੀਸ਼ਰੀ ਆਉਂਦੇ ਹੁੰਦੇ ਸੀ ਅਤੇ ਮੈਨੂੰ ਕਵੀਸ਼ਰੀ ਸੁਣ ਕੇ ਜਾਂ YouTube 'ਤੇ ਜਾਂ ਉੱਦਾਂ ਹੀ ਇੱਕ ਮੈਮਰੀ ਕਾਰਡ 'ਚ ਭਰਾ ਕੇ ਲਿਆਉਣੇ ਹੁੰਦੇ ਆ, ਕਵੀਸ਼ਰੀ ਵਗੈਰਾ ਕਾਫੀ ਹੁੰਦੀ ਸੀ। ਉਹ ਸੁਣ ਕੇ ਮੈਂ ਹੌਲੀ ਹੌਲੀ ਕਵੀਸ਼ਰੀ ਲਿਖਣੀ ਸ਼ੁਰੂ ਕੀਤੀ ਸੀ। ਪਹਿਲਾਂ ਮੈਂ +2 ਤੱਕ ਕਵੀਸ਼ਰੀ ਹੀ ਲਿਖਦਾ ਰਿਹਾ। ਫਿਰ ਜਦੋਂ ਗ੍ਰੈਜੂਏਸ਼ਨ 'ਚ ਆਏ, ਫਿਰ ਇੱਕ ਕਦੋਂ ਮੇਰੇ ਹਿਸਾਬ ਨਾਲ ਗ੍ਰੈਜੂਏਸ਼ਨ ਦੇ ਵਿੱਚ ਹੀ ਆਈ ਸੀ ਕਿਤਾਬ ਰਾਣੀ ਤੱਤ। ਉਹਦੀ ਮੈਂ ਇੱਦਾਂ ਫੇਸਬੁੱਕ ਕਾਫੀ ਚਲਾਉਣੇ ਹੁੰਦੇ ਹਾਂ, ਉੱਥੇ ਕਾਫੀ ਚਰਚਾ ਸੁਣੀ। ਮੈਨੂੰ ਉਦੋਂ ਖਿਆਲ ਆਉਂਦਾ ਕਿ ਕਿਤੇ ਮੇਰੀ ਵੀ ਕਿਤੇ ਕਿਤਾਬ ਆਊਗੀ ਅਤੇ ਮੇਰੀ ਵੀ ਇੱਦਾਂ ਫੇਸਬੁੱਕ 'ਤੇ ਚਰਚਾ ਹੋਏਗੀ ਜਾਂ ਕਿੱਦਾਂ ਆ। ਪਹਿਲਾਂ ਮੈਨੂੰ ਉਦੋਂ ਹੀ ਥੋੜ੍ਹਾ ਜਿਹਾ ਲੱਗਾ ਸੀ ਕਿ ਕਿਤਾਬ, ਪਹਿਲਾਂ ਉਸ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਕਿ ਕਿਤਾਬ ਵਾਲੇ ਪਾਸੇ ਵੀ ਆਇਆ ਜਾ ਸਕਦਾ ਆ। ਜਦੋਂ ਰਾਣੀ ਤੱਤ ਨੂੰ ਇੰਨਾ ਪ੍ਰਸਿੱਧੀ ਮਿਲੀ, ਕਿਤੇ ਨਾ ਕਿਤੇ ਮੈਨੂੰ ਲੱਗਦਾ ਕਿ ਰਾਣੀ ਤੱਤ ਕਿਤਾਬ ਤੋਂ ਬਾਅਦ ਮੈਂ ਹੀ ਨਹੀਂ, ਬਹੁਤ ਸਾਰੇ ਨੌਜਵਾਨ ਜਾਂ ਬਹੁਤ ਸਾਰੇ ਲੇਖਕ ਪੈਦਾ ਹੋਏ ਆ ਉਸ ਤੋਂ ਬਾਅਦ, ਜਿਨ੍ਹਾਂ ਨੇ ਰਾਣੀ ਤੱਤ ਤੋਂ ਬਾਅਦ ਆਪਣਾ ਖਿਆਲ ਜਿਹੜਾ ਉਹ ਲਿਖਣ ਵਾਲੇ ਪਾਸੇ ਕੀਤਾ। ਅਤੇ ਉਸ ਤੋਂ ਬਾਅਦ ਮੈਨੂੰ ਇਹ ਲੱਗਾ ਕਿ ਮੈਂ ਵੀ ਲਿਖਣਾ ਤਾਂ ਚਲੋ ਪਹਿਲਾਂ ਕਵੀਸ਼ਰੀ ਲਿਖਦਾ ਹੁੰਦਾ ਹਾਂ। ਫਿਰ ਉਸ ਤੋਂ ਬਾਅਦ ਰਾਣੀ ਤੱਤ ਕਿਤਾਬ ਤੋਂ ਬਾਅਦ ਹੌਲੀ ਹੌਲੀ ਮੈਂ ਜੁੜਨ ਲੱਗਾ ਫੇਸਬੁੱਕ ਦੇ ਉੱਤੇ ਹੀ। ਜਿਹੜੇ ਕਿਤਾਬਾਂ ਪੜ੍ਹਦੇ ਆ ਜਾਂ ਕਿਤਾਬਾਂ ਜਿਹੜੇ ਸੇਲ ਕਰਦੇ ਸੀ ਔਨਲਾਈਨ, ਉਦੋਂ ਫਿਰ ਮੈਨੂੰ ਕਿਤਾਬਾਂ ਪੜ੍ਹਨ ਦਾ ਉਦੋਂ ਥੋੜ੍ਹਾ ਕਦੇ ਕਿਤਾਬ ਪੜ੍ਹ ਲਈਦੀ ਸੀ। ਕਾਲਜ ਦੀ ਲਾਇਬ੍ਰੇਰੀ ਵਿੱਚੋਂ ਕੋਈ ਨਾ ਕੋਈ ਕਿਤਾਬ ਪੜ੍ਹ ਲੈਣਾ। ਪਰ ਜਿਹੜਾ ਮੁੱਖ ਤੌਰ 'ਤੇ ਮੈਨੂੰ ਕਿਤਾਬਾਂ ਪੜ੍ਹਨ ਦਾ ਜਿਹੜਾ ਝੇਟਕ ਲੱਗਾ ਆ, ਉਹ ਜਾਂ ਜਦੋਂ ਮੈਂ ਜ਼ਿਆਦਾ ਕਿਤਾਬਾਂ ਖਰੀਦਣੀਆਂ ਸ਼ੁਰੂ ਕੀਤੀਆਂ, ਉਹ ਮੈਨੂੰ ਯੂਨੀਵਰਸਿਟੀ ਆਉਣ ਤੋਂ ਬਾਅਦ ਹੀ ਮੇਰੇ ਮਨ ਦੇ ਵਿੱਚ ਇਹ ਰੀਝ ਪੈਦਾ ਹੋਈ। ਕਿਉਂਕਿ ਇੱਥੇ ਜਦੋਂ ਲੈਕਚਰ ਲੱਗਦੇ ਹੁੰਦੇ ਸੀ ਆਪਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਡਾਕਟਰ ਦਰਿਆ ਹੋਣੀ, ਉਹਨਾਂ ਨੇ ਜਦੋਂ ਇੱਦਾਂ ਕਲਾਸ ਦੇ ਵਿੱਚ ਪੜ੍ਹਾਉਂਦੇ ਹੋਣਾ, ਉਹਨਾਂ ਨੇ ਅੰਦਰੋਂ ਮਤਲਬ ਕਿਤਾਬਾਂ ਪੜ੍ਹਨ ਦੇ ਲਈ ਮੋਟੀਵੇਟ ਕਰਦੇ ਰਹਿਣਾ ਕਿ ਤੁਸੀਂ ਕੋਈ ਵੀ ਇੱਕ ਕਿਤਾਬ ਕਹਿ ਦੇਣੀ ਹੈ, ਇਹ ਕਿਤਾਬ ਤੁਹਾਡੇ ਕੋਲ ਜ਼ਰੂਰ ਹੀ ਹੋਣੀ ਚਾਹੀਦੀ ਆ। ਅੰਦਰ ਐਂ ਆਵਾਜ਼ ਆਉਣੀ ਕਿ ਸੱਚਮੁੱਚ ਇਹ ਕਿਤਾਬ ਜੇ ਨਹੀਂ ਹੈਗੀ ਤਾਂ ਫਿਰ ਕਿਤੇ ਨਾ ਕਿਤੇ ਅਧੂਰਾਪਣ ਹੈ। ਜੇ ਸਰ ਕਹਿ ਰਹੇ ਆ ਤਾਂ ਫਿਰ ਹੋਣੀ ਚਾਹੀਦੀ ਆ। ਉਦੋਂ ਫਿਰ ਰਵੀ ਸਾਹਿਤ ਪ੍ਰਕਾਸ਼ਨ ਜਾ ਕੇ ਕਿਤਾਬ ਲੈ ਲੈਣੀ। ਇੱਦਾਂ ਹੀ ਡਾਕਟਰ ਹਰਭਜਨ ਸਿੰਘ ਭਾਟੀਆ ਹੋਣਾ ਨੇ, ਉਹਨਾਂ ਦਾ ਮਤਲਬ ਕਿ ਇੱਕ ਸਵਾਲ ਹੁੰਦਾ ਹੈ ਨਾ, ਜਿਵੇਂ ਮਤਲਬ ਕਿ ਉਹਨਾਂ ਨੂੰ ਇਹ ਸਰ ਨੂੰ ਸਵਾਲ ਕਰਨਾ ਕਿ ਸਰ ਜੀ ਸਾਨੂੰ ਦੱਸੋ ਕਿ ਇਹ ਜਿਹੜਾ ਆਨਸਰ ਆ ਜਾਂ ਇਹ ਜਿਹੜਾ ਟੌਪਿਕ ਹੈ ਇਹ ਕਿਹੜੀ ਕਿਤਾਬ ਵਿੱਚ ਪੂਰਾ ਹੋ ਸਕਦਾ ਆ। ਉਹਨਾਂ ਨੇ ਉਹ ਟੌਪਿਕ ਦੇ ਲਈ 5-6 ਕਿਤਾਬਾਂ ਲਿਖਾ ਦਿਆ ਕਰਨੀਆਂ ਕਿ ਇਹ ਕਿਤਾਬਾਂ ਜਿਹੜੀਆਂ ਇਹ ਜ਼ਰੂਰ ਪੜ੍ਹੋ। ਫਿਰ ਇਹ ਇੱਕ ਚੀਜ਼ ਹੁੰਦੀ ਕਿ ਇੱਕ ਟੌਪਿਕ ਦੇ ਲਈ ਉਹ 5-6 ਕਿਤਾਬਾਂ ਲੈ ਆਉਣੇ ਹਨ। ਜਦੋਂ ਉਹਨਾਂ ਨੂੰ ਪੜ੍ਹੀਦਾ ਸੀ, ਉਹਦੇ ਨਾਲ ਹੋਰ ਵੀ ਬਹੁਤ ਸਾਰੇ ਟੌਪਿਕ ਜਿਹੜੇ ਉਹ ਕਲੀਅਰ ਹੋ ਜਾਂਦੇ ਹੁੰਦੇ ਸੀ। ਅਤੇ ਡਾਕਟਰ ਮਨਜਿੰਦਰ ਸਿੰਘ ਹੁਣ ਉਹ ਆਪਣੇ ਪੰਜਾਬੀ ਅਧਿਐਨ ਸਕੂਲ ਦੇ ਮੁਖੀ ਨੇ, ਉਹਨਾਂ ਨੇ ਮੈਨੂੰ ਇੱਥੇ ਐਜ਼ ਏ ਲੇਖਕ ਜਿਹੜਾ ਵਾ ਉਹਨਾਂ ਕਾਫੀ ਮੋਟੀਵੇਟ ਕਰਨਾ। ਉਹਨਾਂ ਮੇਰੀ ਸ਼ਾਇਰੀ ਜਦੋਂ ਉਹਨਾਂ ਨੂੰ ਸੁਣਿਆ ਕਰਨੀ, ਉਹਨਾਂ ਕਵੀ ਰਾਜ ਕਹਿ ਕੇ ਮੈਨੂੰ ਬੁਲਾਇਆ ਕਰਨਾ, ਥੋੜ੍ਹਾ ਮਾਣ ਮਹਿਸੂਸ ਹੋਇਆ ਕਰਨਾ। ਉਦੋਂ ਫਿਰ ਉਹਨਾਂ ਨੇ ਮੈਨੂੰ ਕਾਫੀ ਨਵੇਂ ਲੇਖਕ ਜਾਂ ਪੁਰਾਣੇ ਸੁਰਜੀਤ ਪਾਤਰ ਉਹਨਾਂ ਨੂੰ ਪੜ੍ਹਨ ਦੀ ਸਲਾਹ ਦਿੱਤੀ, ਅੰਮ੍ਰਿਤਾ ਪ੍ਰੀਤਮ ਉਹਨਾਂ ਨੂੰ ਪੜ੍ਹਨ ਦੀ ਸਲਾਹ ਦਿੱਤੀ। ਹੋਰ ਵੀ ਕਾਫੀ ਜਿਹੜੇ ਲੇਖਕ ਉਸ ਸਮੇਂ, ਸੁਖਵਿੰਦਰ ਅੰਮ੍ਰਿਤ ਉਹਨਾਂ ਨੂੰ ਪੜ੍ਹਨ ਦੀ ਕਿਹਾ। ਬਹੁਤ ਸਾਰੀਆਂ ਕਿਤਾਬਾਂ ਮੈਂ ਉਹਨਾਂ ਨੂੰ ਪੁੱਛਦਾ ਹੁੰਦਾ। ਫਿਰ ਉਹਨਾਂ ਨੇ ਜੋ ਕਿਤਾਬਾਂ ਸੁਜੈਸਟ ਕੀਤੀਆਂ ਜਾਂ ਜਿਹੜੀਆਂ ਕਿਤਾਬਾਂ ਉਹਨਾਂ ਕਹਿ ਕੇ ਪੜ੍ਹੋ, ਮੈਂ ਉਹ ਸਾਰੀਆਂ ਕਿਤਾਬਾਂ ਫਿਰ ਹੌਲੀ ਹੌਲੀ ਪੜ੍ਹੀਆਂ। ਫਿਰ ਜਾ ਕੇ ਕਿਤੇ ਮੈਨੂੰ ਲਿਖਣ ਵਾਲੇ ਪਾਸੇ ਥੋੜ੍ਹਾ ਜਿਹਾ ਮੇਰਾ ਕਹਿ ਸਕਦੇ ਨਾ ਇੰਪਰੂਵ ਹੋਇਆ ਲਿਖਣਾ। ਅਤੇ ਕਿਤਾਬ ਛਪਣ ਬਾਰੇ ਤਾਂ ਮੈਨੂੰ ਕਹਿ ਸਕਦੇ ਹਾਂ ਕਿ ਕਿਤਾਬ ਛਪਣ ਤੋਂ ਇੱਕ ਦਿਨ ਪਹਿਲਾਂ ਤੱਕ ਨਹੀਂ ਸੀ, ਮਤਲਬ ਇਹਦੀ ਕਿਤਾਬ ਸ਼ੁਰੂਆਤ ਜਦੋਂ ਛਪਣੀ ਹੋਈ, ਇੱਕ ਦਿਨ ਪਹਿਲਾਂ ਤੱਕ ਕੋਈ ਪਤਾ ਨਹੀਂ ਕਿ ਕਿਤਾਬ ਛਪੇਗੀ। ਮੈਂ ਇੱਦਾਂ ਹੀ, ਮੈਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਬੁਲਾਇਆ ਆਪਣੇ ਸੰਨੀ ਪੱਖੋ ਕੇ ਭਾਜੀ ਹੋਣਾ, ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਗੁਰੂ ਨਾਨਕ ਦੇਵ ਮਤਲਬ ਯੂਨੀਵਰਸਿਟੀ ਆਓ, ਆਪਾਂ ਨਾ ਕੋਈ ਇੱਦਾਂ ਚਰਚਾ ਕਰਨੀ ਕਿਸੇ ਚੀਜ਼ ਉੱਤੇ। ਅਤੇ ਮੈਂ ਉਹਨਾਂ ਨਾਲ ਗਿਆ, ਅਤੇ ਜਦੋਂ ਮੈਂ ਉੱਥੇ ਗਿਆ ਤਾਂ ਮੈਨੂੰ ਕਹਿੰਦੇ ਕਿ ਆਪਣੀ ਕੋਈ ਸ਼ਾਇਰੀ ਸੁਣਾ। ਮੈਂ ਉਹਨਾਂ ਨੂੰ ਇੱਦਾਂ, ਜਦੋਂ ਮੇਰੇ ਹਿਸਾਬ ਨਾਲ ਸ਼ਾਇਦ ਮੈਂ ਇਹੋ ਹੀ ਸੁਣਾਈ ਸੀ ਕਿ ਤੇਰੇ 'ਤੇ ਮੈਂ ਕਵਿਤਾ ਲਿਖਣੀ, ਅਤੇ ਉਹ ਕਾਫੀ ਮੁੰਡੇ ਬੈਠੇ, ਉਹਨਾਂ ਨੇ ਕਿਹਾ ਕਿ ਬਹੁਤ ਸੋਹਣੀ ਹੈ, ਮਤਲਬ ਕਾਫੀ ਤਾੜੀਆਂ ਵੱਜੀਆਂ, ਖੁਸ਼ੀ ਮਹਿਸੂਸ ਹੋਈ। ਉਹਨਾਂ ਨੇ ਕਿਹਾ ਕਿ ਅਸੀਂ ਨਾ ਤੇਰੀ ਕਿਤਾਬ ਕਰਨੀ ਆ। ਮੈਂ ਕਿਹਾ ਠੀਕ ਭਾਅ ਜੀ, ਤੁਸੀਂ ਕਿਤਾਬ ਕਰ ਲਿਓ। ਮੈਨੂੰ ਲੱਗਾ ਮਜ਼ਾਕ ਕਰਦੇ ਆ, ਪਰ ਨਹੀਂ, ਉਹ ਜਿਹੜਾ ਉਹਨਾਂ ਨੇ ਗੱਲ ਕਹੀ ਸੀ, ਉਹਨਾਂ ਨੇ ਛੇਤੀ 15-20 ਦਿਨ ਦੇ ਵਿੱਚ ਉਹ ਮਤਲਬ ਰਿਜ਼ਲਟ ਕੱਢਤਾ ਕਿ ਤੇਰੀ ਕਿਤਾਬ ਹੁਣ ਆ ਹੀ ਰਹੀ ਆ, ਹੁਣ ਸਾਨੂੰ ਤੂੰ ਖਰੜਾ ਤਿਆਰ ਕਰਕੇ ਦੇ ਦੇ। ਇਹ ਉਹ ਟਾਈਮ ਹੈ ਜਿਹੜਾ 15-20 ਦਿਨ ਵਿੱਚ ਕਿਤਾਬ ਦਾ ਜਿਹੜਾ ਲਿਖੀਆਂ ਤਾਂ ਪਹਿਲਾਂ ਹੈਗੀਆਂ ਸੀ ਰਚਨਾਵਾਂ, ਪਰ ਉਹਨਾਂ ਨੂੰ ਇਕੱਠਾ ਕਰਨਾ ਇਹ 15-20 ਦਿਨ ਦੇ ਵਿੱਚ ਹੀ ਹੋਇਆ। ਭਾਟੀਆ ਸਾਹਿਬ ਨੂੰ ਤੁਸੀਂ ਜਿਹੜਾ ਉਹ ਸਰ ਜੀ ਲਫ਼ਜ਼ ਨਾਲ ਜਿਹੜਾ ਸੰਬੋਧਨ ਕੀਤਾ ਸੀ, ਉਹ ਸਰ ਜੀ ਤੋਂ ਯਾਦ ਆਇਆ ਕਿ ਤੁਹਾਡੀ ਇੱਕ ਬੜੀ ਮਕਬੂਲ ਕਵਿਤਾ ਵਾ ਸਰ ਜੀ। ਉਹ ਸਰ ਜੀ ਦੀਆਂ ਜਿਹੜੀਆਂ ਵਾ
3 ਤੋਂ 4 ਲਾਈਨਾਂ ਜਿਹੜੀਆਂ ਵਾ ਉਹ ਜ਼ਰੂਰ ਨਜ਼ਰ ਕਰੋ ਸਰ ਜੀ। ਅਸੀਂ ਤਾਂ ਵੈਸੇ ਪੱਥਰਾਂ ਨੂੰ ਵੀ ਤਾਰ ਲਿਆ ਏ ਸਰ ਜੀ, ਐ ਪਰ ਇੱਕ ਹੁਸਨ ਨੇ ਸਾਨੂੰ ਮਾਰ ਲਿਆ ਏ ਸਰ ਜੀ। ਅੱਜ ਕੱਲ੍ਹ ਮੇਰੀ ਜੇਬ 'ਚ ਥੋੜ੍ਹਾ ਭਾਰਾਪਣ ਹੈ ਆਇਆ, ਦੱਸਿਓ ਤੁਹਾਡੇ ਕੋਲੋਂ ਕਿੰਨਾ ਧਾਰ ਲਿਆ ਏ ਸਰ ਜੀ। ਮੇਰੀ ਇੱਕ ਗਜ਼ਲ ਦੇ ਉੱਤੇ ਵਿਵਾਦ ਛਿੜਨ ਸੀ ਲੱਗਾ, ਨਾਰੀ ਦੀ ਥਾਂ ਖੁਦ ਨੂੰ ਰੱਖ ਕੇ ਸਾਰ ਲਿਆ ਏ ਸਰ ਜੀ। ਕਹਿੰਦੇ ਕਵਿਤਾ ਲਿਖ ਕੇ ਸ਼ਾਇਰ ਮਨ ਹਲਕਾ ਹੈ ਕਰਦਾ, ਮੀਤ ਹੋਣਾ ਵੀ ਆਪਣਾ ਸੀਨਾ ਠਾਰ ਲਿਆ ਏ ਸਰ ਜੀ। ਵਾਹ ਵਾਹ ਵਾਹ, ਸ਼ੁਕਰੀਆ ਸਰ। ਕਮਾਲ ਦੀ ਕਵਿਤਾ ਜੀ ਇਹ। ਮੈਂ ਆਪ ਇਹਨੂੰ ਬੜੀ ਨੀਝ ਨਾਲ ਪੜ੍ਹਦਾ ਹੁੰਦਾ ਵਾਂ। ਅਤੇ ਮੀਤ ਜੀ ਜਿਹੜੀ ਕਵਿਤਾਵਾਂ ਲਿਖਦੇ ਆ ਕਵੀ ਜਿਹੜੇ ਬਹੁਤ ਫੇਮਸ ਹੋਏ ਆ, ਮਕਬੂਲ ਹੋਏ ਆ ਪੰਜਾਬੀ ਦੇ ਵਿੱਚ, ਉਹਨਾਂ ਦੇ ਵਿੱਚੋਂ ਤੁਸੀਂ ਸਭ ਤੋਂ ਜ਼ਿਆਦਾ ਕਿੰਨਾ ਨੂੰ ਪਸੰਦ ਕਰਦੇ ਹੋ? ਔਰ ਜਿਹੜਾ ਅਜੋਕਾ ਦੌਰ ਚੱਲ ਰਿਹਾ ਵਾ, ਅਜੋਕੇ ਦੌਰ ਦੇ ਵਿੱਚ ਕਿਹੜੇ ਕਵੀ ਜਿਹੜੇ ਆ ਉਹ ਤੁਸੀਂ ਉਹਨਾਂ ਨੂੰ ਪੜ੍ਹ ਚੁੱਕੇ ਹੋ ਜਾਂ ਉਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਵਾ ਉਹਨਾਂ ਨੂੰ ਸਾਹਮਣੇ ਰੱਖ ਕੇ ਵਾਚਦੇ ਹੋ? ਸ਼ੁਰੂ ਤੋਂ ਆਪਾਂ ਜੇ ਗੱਲ ਕਰੀਏ ਪ੍ਰੋਫੈਸਰ ਮੋਹਨ ਸਿੰਘ ਹੁਣੀ, ਉਹਨਾਂ ਦੀ ਕਵਿਤਾ ਜਿਹੜੀ ਆ ਉਹ ਮਤਲਬ ਪੜ੍ਹ ਕੇ ਇੱਕ ਬੰਦੇ ਨੂੰ ਲੱਗਦਾ ਹੈ ਕਿ ਇੱਕ ਆਪਣੀ ਚੀਜ਼ ਲੱਗਦੀ ਆ। ਪੜ੍ਹਨ 'ਚ ਉਹ ਰਵਾਨੀ ਜਿਹੜੀ ਆ ਉਹ ਇੱਕ ਪੜ੍ਹਦਿਆਂ ਆਨੰਦ ਆਉਂਦਾ। ਜਿੱਦਾਂ ਮੈਂ ਪ੍ਰੋਫੈਸਰ ਮੋਹਨ ਸਿੰਘ ਹੁਣਾਂ ਨੂੰ ਪੜ੍ਹ ਕੇ ਕਾਫੀ ਮਤਲਬ ਚਾਅ ਨਾਲ ਪੜ੍ਹਦਾ ਹਾਂ। ਅੰਮ੍ਰਿਤਾ ਪ੍ਰੀਤਮ ਹੁਣਾਂ ਦੀਆਂ ਰਚਨਾਵਾਂ ਜਿਹੜੀਆਂ, ਕੁਝ ਰਚਨਾਵਾਂ ਮੈਂ ਪੱਕਾ ਇੱਕ ਲਿਸਟ ਬਣਾ ਕੇ ਰੱਖੀ ਹੁੰਦੀ ਆ, ਉਹਨਾਂ ਨੂੰ ਬੜੇ ਚਾਅ ਨਾਲ ਪੜ੍ਹਦਾ ਹਾਂ। ਸ਼ਿਵ ਕੁਮਾਰ ਬਟਾਲਵੀ ਹੁਣਾਂ ਨੂੰ, ਅਤੇ ਮੈਂ ਮਤਲਬ ਇੱਕ ਮੰਨਦਾ ਮੇਰੇ ਕੋਲ ਇੱਥੇ ਭਾਵੇਂ ਮੈਂ ਇੱਥੇ ਅੰਮ੍ਰਿਤਸਰ ਰਹਿ ਰਿਹਾ ਵਾਂ ਜਾਂ ਮੈਂ ਇੱਥੇ ਪਿੰਡ ਰਹਿ ਰਿਹਾ ਵਾਂ, ਮੇਰੇ ਸਰਾਣੇ 2 ਕਿਤਾਬਾਂ ਪਈਆਂ ਜਾਂਦੀਆਂ, ਇੱਕ ਸ਼ਿਵ ਕੁਮਾਰ ਬਟਾਲਵੀ ਹੁਣਾਂ ਦੀ ਅਤੇ ਇੱਕ ਪਾਸ਼ ਦੀ ਕੋਈ ਨਾ ਕੋਈ ਰਚਨਾ। ਉਹ ਇੱਕ ਹੁੰਦਾ ਨਾ ਕਿ ਜਦੋਂ ਮੈਨੂੰ ਇਹ ਨਹੀਂ ਕਿ ਮੈਂ ਜਦੋਂ ਮੈਂ ਕਿਤਾਬ ਪੜ੍ਹਨੀ ਸ਼ੁਰੂ ਕੀਤੀ ਹੈ ਜਾਂ ਮੈਂ ਸ਼ੁਰੂ ਕਰਕੇ ਪੂਰੀ ਹੀ ਪੜ੍ਹਨੀ ਆ, ਜਿਹੜੀਆਂ ਕਵਿਤਾਵਾਂ ਉਹ ਮੈਨੂੰ, ਜਿਵੇਂ ਪਾਸ਼ ਦੀ ਇੱਕ ਰਚਨਾ ਪੜ੍ਹੀ, ਮੈਂ ਸਾਰਾ ਦਿਨ ਉਹ ਚੀਜ਼ ਨੂੰ ਆਪਣੇ ਧਿਆਨ ਦੇ ਵਿੱਚ ਰੱਖਣਾ, ਸਾਰਾ ਦਿਨ ਮੇਰੇ ਜ਼ਿਹਨ 'ਚ ਚੱਲਦੀ ਰਹਿੰਦੀ ਹੈ ਚੀਜ਼ ਕਿ ਪਾਸ਼ ਨੇ ਇਹ ਰਚਨਾ ਲਿਖੀ, ਕਿਸ ਤਰੀਕੇ ਨਾਲ ਲਿਖੀ ਹੋਊਗੀ, ਕਿੰਨਾ ਉਹ ਖਿਆਲ ਹੋਏਗਾ, ਕਿਸ ਪੱਧਰ ਦੀ ਸੋਚ ਹੋਏਗੀ। ਉਹ ਮੇਰੇ ਫਿਰ ਜਦੋਂ ਤੱਕ ਉਹ ਚੀਜ਼ ਮੈਨੂੰ ਯਾਦ ਨਹੀਂ ਹੋ ਜਾਂਦੀ ਉਹਨਾਂ ਸਮੇਂ ਤੱਕ ਉਹ ਮੇਰੇ ਘੁੰਮਦੀ ਰਹਿੰਦੀ ਜ਼ਿਹਨ ਦੇ ਵਿੱਚ। ਸ਼ਿਵ ਕੁਮਾਰ ਬਟਾਲਵੀ, ਪਾਸ਼ ਜਿਹੜਾ ਮੈਂ ਕਹਿੰਦਾ ਮੈਂ ਕਿ ਮੈਨੂੰ ਥੋੜ੍ਹਾ ਜਿਹਾ ਜ਼ਿਆਦਾ ਪ੍ਰਭਾਵਿਤ ਕਰਦੇ ਆ। ਉਸ ਤੋਂ ਬਾਅਦ ਜੇ ਨਵੇਂ ਆਪਾਂ ਹੁਣ ਲੇਖਕ ਜਿਹੜੀਆਂ ਹੁਣ ਕਿਤਾਬਾਂ ਆ ਰਹੀਆਂ, ਉਹਨਾਂ ਵਿੱਚੋਂ ਗੁਰਤੇਜ ਕਹਾਰਵਾਲਾ ਹੁਣਾਂ ਦੀ ਮੈਨੂੰ ਉਹਨਾਂ ਦੀਆਂ ਰਚਨਾਵਾਂ ਬਹੁਤ ਪਸੰਦ ਨੇ। ਵਾਹਿਦ ਹੁਣਾਂ ਦੀਆਂ ਰਚਨਾਵਾਂ ਮੈਨੂੰ ਕਾਫੀ ਪਸੰਦ ਨੇ। ਸਰਜੀਤ ਪਾਤਰ ਉਹਨਾਂ ਦੀਆਂ ਰਚਨਾਵਾਂ ਕਾਫੀ, ਸੁਖਵਿੰਦਰ ਅੰਮ੍ਰਿਤ ਉਹਨਾਂ ਦੀਆਂ ਰਚਨਾਵਾਂ ਵੀ ਕਾਫੀ ਪਸੰਦ ਨੇ। ਜੇ ਆਪਾਂ ਨਵੇਂ ਨਾਂ ਲੈਣ ਲੱਗੇ ਤਾਂ ਬਹੁਤ ਸਾਰੇ ਲੇਖਕ ਨੇ। ਆਪਣੇ ਰਮਨ ਸੰਧੂ ਉਹਨਾਂ ਦੀਆਂ ਰਚਨਾਵਾਂ, ਉਹ ਮੈਂ ਫੇਸਬੁੱਕ ਦੇ ਉੱਤੇ ਉਹਨਾਂ ਦੀਆਂ ਰਚਨਾਵਾਂ ਪੜ੍ਹੀਆਂ ਸੀ, ਰਮਨ ਸੰਧੂ ਉਹਨਾਂ ਦੀਆਂ। ਉਸ ਤੋਂ ਬਾਅਦ ਉਹਨਾਂ ਦੀ ਕਿਤਾਬ ਮੰਗਾ ਕੇ ਪੜ੍ਹੀ। ਮਤਲਬ ਬਹੁਤ ਹੀ ਕਮਾਲ ਦੀਆਂ ਜਿਹੜੀਆਂ ਗਜ਼ਲਾਂ ਨੇ ਉਹਨਾਂ ਦੀਆਂ। ਰਾਜਵੰਤ ਰਾਜ ਉਹਨਾਂ ਦੀਆਂ ਰਚਨਾਵਾਂ ਬਹੁਤ ਕਮਾਲ ਦੀਆਂ ਨੇ। ਹੋਰ ਵੀ ਹੁਣ ਮੇਰੇ ਨਾਲ ਇੱਦਾਂ ਖਿਆਲ 'ਚ ਆ ਨਹੀਂ ਰਹੇ, ਪਰ ਲੇਖਕ ਮੈਨੂੰ ਬਹੁਤ ਲੇਖਕ ਇੱਦਾਂ ਵਿਜੇ ਵਿਵੇਕ ਹੋਣੀ, ਹਾਂ ਵਿਜੇ ਵਿਵੇਕ ਉਹਨਾਂ ਦੀਆਂ ਰਚਨਾਵਾਂ, ਉਹ ਮੈਨੂੰ ਨਾ ਇੱਕ ਨਾ 2 ਨਾਮ ਇਕੱਠੇ ਮੇਰੇ ਜ਼ਿਹਨ 'ਚ ਆਉਂਦੇ ਹੁੰਦੇ ਆ, ਗੁਰਤੇਜ ਕਹਾਰਵਾਲਾ ਹੋਣੀ ਅਤੇ ਵਿਜੇ ਵਿਵੇਕ। ਇਹਨਾਂ ਦਾ ਪਤਾ ਨਹੀਂ ਕੀ ਸੰਬੰਧ ਹੈ, ਇਕੱਠੇ ਨਾਂ ਜਦੋਂ ਇਹਨਾਂ ਰਚਨਾਵਾਂ ਪੜ੍ਹਨੀਆਂ ਤਾਂ ਇਕੱਠੇ ਵਿਜੇ ਵਿਵੇਕ ਹੋਣਾ ਦੇ ਨਾਲ ਹੀ ਗੁਰਤੇਜ ਕਹਾਰਵਾਲੇ ਹੋਣਾ ਦਾ ਨਾਮ ਨਾਲੇ ਜੁੜ ਜਾਣਾ। ਮਨਜੀਤ ਪੁਰੀ ਉਹਨਾਂ ਦੀਆਂ ਰਚਨਾਵਾਂ ਬਹੁਤ ਮੈਨੂੰ ਪਸੰਦ ਆ, ਜਿਹੜੀਆਂ ਮੈਂ ਕਿਤੇ ਨਾ ਕਿਤੇ ਕੋਈ ਰਚਨਾਵਾਂ ਇਹਨਾਂ ਦੀਆਂ ਗੁਣਗੁਣਾਉਂਦਾ ਰਹਿੰਦਾ ਆ। ਇਹ ਲੇਖਕ ਮੈਨੂੰ ਪਸੰਦ ਨੇ। ਮੈਨੂੰ ਲੱਗਦਾ ਹੈ ਕਿ ਮੈਨੂੰ ਜਿਹੜੇ ਬਹੁਤ ਜ਼ਿਆਦਾ ਪਸੰਦ ਨੇ ਲੇਖਕ, ਉਹ ਮੇਰੇ ਤੋਂ ਰਹਿ ਜਾਣੇ ਆ। ਇਹ ਮੈਨੂੰ ਬਾਅਦ ਵਿੱਚ ਮਹਿਸੂਸ ਹੋਣਾ ਕਿ ਮੈਂ ਉਹਨਾਂ ਦਾ ਜ਼ਿਕਰ ਕਿਉਂ ਨਹੀਂ ਕੀਤਾ। ਪਰ ਮੈਨੂੰ ਜ਼ਿਆਦਾ ਪੜ੍ਹਨਾ, ਗਜ਼ਲ ਜ਼ਿਆਦਾ ਪੜ੍ਹਨੀ ਪਸੰਦ ਆ, ਕਹਾਣੀਆਂ ਪੜ੍ਹਨੀਆਂ ਪਸੰਦ ਆ। ਸਰਗੀ ਉਹਨਾਂ ਦੀਆਂ ਕਹਾਣੀਆਂ ਮੈਨੂੰ ਬਹੁਤ ਵਧੀਆ ਲੱਗਦੀਆਂ। ਦੀਪਤੀ ਬਬੂਟਾ ਉਹਨਾਂ ਦੀਆਂ ਕਹਾਣੀਆਂ, ਅਤੇ ਨਾਵਲ ਵਿੱਚੋਂ ਨਾਨਕ ਸਿੰਘ ਉਹਨਾਂ ਨੂੰ ਮੈਂ ਪੜ੍ਹ ਕੇ, ਮਤਲਬ ਇੱਕ ਉਹ ਹੁੰਦਾ ਨਾ ਜਿਹੜਾ ਨਾਵਲ ਪੜ੍ਹਦੇ ਉੱਠਣ ਨੂੰ ਦਿਲ ਨਾ ਕਰੇ, ਨਾਨਕ ਸਿੰਘ ਉਹਨਾਂ ਨੂੰ ਪੜ੍ਹਦੇ ਹਾਂ ਜਾਂ ਸੋਹਣ ਸਿੰਘ ਸੀਤਲ ਉਹਨਾਂ ਨੂੰ ਪੜ੍ਹਦੇ ਹਾਂ, ਉਹ ਆਨੰਦ ਆਉਂਦਾ ਆ ਕਿ ਜਦੋਂ ਇੱਕ ਵਾਰ ਸ਼ੁਰੂ ਕਰਤਾ ਫਿਰ ਦਿਲ ਕਰਦਾ ਕਿ ਇੱਕ ਉਹ ਸਟੋਰੀ, ਉਹ ਫਿਲਮ ਵਾਂਗੂ ਇੱਕ ਚੱਲਦੀ ਰਹਿਣਾ। ਮਨ 'ਚ ਖਿਆਲ ਆਉਂਦਾ ਕਿ ਇਸ ਉੱਤੇ ਫਿਲਮ ਕਿਉਂ ਨਹੀਂ ਬਣਨੀ ਚਾਹੀਦੀ ਆ। ਉਹ ਮੈਨੂੰ ਨਾਨਕ ਸਿੰਘ ਉਹਨਾਂ ਨੂੰ ਅਤੇ ਸੋਹਣ ਸਿੰਘ ਸੀਤਲ ਉਹਨਾਂ ਨੂੰ ਪੜ੍ਹ ਕੇ ਜ਼ਿਆਦਾ ਆਨੰਦ ਆਉਂਦਾ ਹੈ। ਜੇ ਗੱਲ ਕਰੀਏ ਪੁਰਾਣੇ ਕਵੀਆਂ ਦੀ, ਤੁਸੀਂ ਨਾਂ ਲਿਆ ਵਾ ਸ਼ਿਵ ਕੁਮਾਰ ਬਟਾਲਵੀ ਦਾ ਅਤੇ ਮੁੜ ਕੇ ਲਿਆ ਵਾ ਪਾਸ਼ ਦਾ। 2 ਲਾਈਨਾਂ ਸ਼ਿਵ ਦੀਆਂ ਪਹਿਲਾਂ ਅਤੇ 2 ਲਾਈਨਾਂ ਬਾਅਦ ਦੇ ਵਿੱਚ ਪਾਸ਼ ਦੀਆਂ। ਪਹਿਲਾਂ ਸ਼ਿਵ ਹੁਣ ਉਹਨਾਂ ਦੀਆਂ ਰਚਨਾਵਾਂ ਜੇ ਇੱਦਾਂ ਮੈਂ ਕਹਾਂ, ਮੈਨੂੰ ਬਹੁਤ ਸਾਰੀਆਂ ਘੁੰਮਣ ਘੇਰੀ 'ਚ ਆ ਜਾਂਦੀਆਂ ਵਾ। ਜਿੱਦਾਂ ਕਹਿੰਦੇ ਕਿ ਇੱਕ ਉਹਨਾਂ ਦੀ ਰਚਨਾ ਆ, ਇੱਕ ਸੁਣਿਓ ਵੇ ਕਲਮਾਂ ਵਾਲਿਓ, ਸੁਣਿਓ ਵੇ ਅਕਲਾਂ ਵਾਲਿਓ, ਸੁਣਿਓ ਵੇ ਹੁਨਰਾਂ ਵਾਲਿਓ, ਹੈ ਅੱਖ ਚੁਭੀ ਅਮਨ ਦੀ, ਆਇਓ ਵੇ ਫੂਕਾਂ ਮਾਰਿਓ, ਸਾਂਝਾਂ ਦਾ ਲੋਕੜ ਬੰਨ੍ਹ ਕੇ
ਸਮਿਆਂ ਦਾ ਤੋਹੜ ਪੀੜ ਕੇ ਦੁੱਧਾਂ ਦੇ ਛੱਟੇ ਮਾਰਿਓ ਹੈ ਅੱਖ ਚੁੱਭੀ ਅਮਨ ਦੀ ਆਇਓ ਵੇ ਫੂਕਾ ਮਾਰਿਓ। ਇਹ ਉਹਨਾਂ ਨੇ ਜਿਹੜੀ ਰਚਨਾ ਸੀ ਉਹਨਾਂ ਨੇ ਲਿਖੀ ਸੀ ਜਦੋਂ ਯੁੱਧ ਚੱਲ ਰਿਹਾ ਸੀ। ਉਹਦੇ 'ਤੇ ਲਿਖਿਆ ਹੈ ਕਿ ਆਪਣੀ ਮਤਲਬ ਕਿ ਇਹ ਧਰਤ ਨੂੰ ਹੋ ਕੇ ਗਿਆ, ਅਤੇ ਉਹ ਮੈਨੂੰ ਰਚਨਾ ਜਿਹੜੀ ਹੈ ਕਾਫੀ ਉਹਨਾਂ ਦੀ ਪਸੰਦ ਆਉਂਦੀ ਆ। ਇਸ ਤੋਂ ਇਲਾਵਾ ਉਹਨਾਂ ਦੀਆਂ ਜਿਹੜੀਆਂ ਗਜ਼ਲਾਂ ਉਹ ਮੈਨੂੰ ਕਾਫੀ ਪਸੰਦ ਆਉਂਦੀਆਂ। ਮੈਨੂੰ ਹੁਣ ਉਹਨਾਂ ਦੇ ਇਸ ਟਾਈਮ ਖਿਆਲ ਦੇ ਵਿੱਚ ਆ ਨਹੀਂ ਰਹੀਆਂ, ਪਰ ਮੈਂ ਉਹਨਾਂ ਦੀਆਂ ਰਚਨਾਵਾਂ ਅਕਸਰ ਗੁਣਗੁਣਾਉਂਦਾ ਰਹਿੰਦਾ ਹਾਂ। ਕੋਈ ਨਾ ਕੋਈ ਇੱਦਾਂ ਚੱਲਦਿਆਂ ਚੱਲਦਿਆਂ ਉਹਨਾਂ ਦੀ ਜਦੋਂ ਗਜ਼ਲ ਯਾਦ ਆਏਗੀ ਮੈਂ ਜ਼ਰੂਰ ਸੁਣਾਵਾਂਗਾ। ਵਿੱਚ ਮੈਂ ਰੋਕ ਕੇ ਕਹਾਂਗਾ ਕਿ ਮੈਨੂੰ ਉਹ ਗਜ਼ਲ ਯਾਦ ਆ ਗਈ ਆ ਜਾਂ ਮੈਨੂੰ ਰਚਨਾ ਯਾਦ ਆ ਗਈ ਆ। ਅਤੇ ਪਾਸ਼ ਉਹਨਾਂ ਦੀ ਹੈਗੀ, ਉਹਨਾਂ ਦੀ ਅਸਲ 'ਚ ਨਾ ਖੁੱਲ੍ਹੀਆਂ ਕਵਿਤਾਵਾਂ ਆ। ਉਹ ਜਦੋਂ ਪੜ੍ਹਦੇ ਆ, ਜਿਵੇਂ ਉਹਨਾਂ ਦੀ ਹੈਗੀ ਆ ਕਿ ਕਹਿੰਦੇ ਆ ਕਿ ਸੁਪਨੇ ਆਪਣਾ ਹੈਗੀ ਆ ਕਿ ਕਹਿੰਦੇ ਕਿ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਉਹਨਾਂ ਦੀ ਇਹ ਰਚਨਾ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਮੈਂ ਆਪਣੇ ਕਮਰੇ ਦੇ ਵਿੱਚ ਵੀ ਲਗਾਈ ਹੋਈ ਹੈ। ਇਹ ਰਚਨਾ ਮੈਨੂੰ ਅਸਲ 'ਚ ਖੁੱਲ੍ਹੀ ਕਵਿਤਾ ਬਹੁਤ ਛੇਤੀ ਯਾਦ ਨਹੀਂ ਹੁੰਦੀ, ਪਰ ਉਹਨਾਂ ਦੀਆਂ ਵੀ 2-4 ਰਚਨਾਵਾਂ ਹੈਗੀਆਂ, ਉਹ ਵੀ ਮੈਂ ਜਦੋਂ ਖਿਆਲ 'ਚ ਆਈਆਂ ਮੈਂ ਤੁਹਾਨੂੰ ਨਾਲੇ ਹੀ ਸੁਣਾਵਾਂਗਾ। ਅਤੇ ਬਸ ਇਹਨਾਂ ਦਾ ਪੜ੍ਹਨਾ ਮੈਨੂੰ ਆਨੰਦ ਆਉਂਦਾ ਆ। ਅਤੇ ਇੱਕ ਹੋਰ ਖਾਮੀ ਹੁੰਦੀ ਹੈ ਇੱਕ ਲੇਖਕ ਦੇ ਵਿੱਚ ਕਿ ਲੇਖਕ ਜਦੋਂ ਜਾਂ ਮੈਂ ਜੇ ਲੇਖਕ ਹੋ ਗਿਆ ਹਾਂ ਅਤੇ ਮੈਨੂੰ ਆਪਣੀਆਂ ਰਚਨਾਵਾਂ ਵੀ ਭੁੱਲ ਜਾਂਦੀਆਂ ਵਾ। ਹਾਂ, ਦੂਜਿਆਂ ਦੀਆਂ ਰਚਨਾਵਾਂ ਯਾਦ ਰਹਿੰਦੀਆਂ, ਪਰ ਮੋਸਟਲੀ ਐਟ ਏ ਟਾਈਮ ਮੈਨੂੰ ਰਚਨਾਵਾਂ ਜਿਹੜੀਆਂ ਉਹ ਵਿਸਰ ਜਾਂਦੀਆਂ। ਪਰ ਜਦੋਂ ਖਿਆਲ 'ਚ ਆਈਆਂ ਮੈਂ ਜ਼ਰੂਰ ਤੁਹਾਨੂੰ ਉਹ ਸੁਣਾਵਾਂਗਾ। ਅਜੋਕੇ ਦੌਰ ਦੇ ਕਿਸੇ ਕਵੀ ਦੀ ਕੋਈ ਕਵਿਤਾ ਜਿਹਦੀਆਂ 2 ਲਾਈਨਾਂ ਯਾਦ ਹੋਣ? ਅਜੋਕੇ ਦੌਰ ਦੇ ਵਿੱਚ ਗੁਰਤੇਜ ਕਹਾਰਵਾਲਾ ਉਹਨਾਂ ਦੀਆਂ ਰਚਨਾਵਾਂ ਜ਼ਰੂਰ ਯਾਦ ਹੈ। ਉਹਨਾਂ ਦੀ ਇੱਕ ਰਚਨਾ ਮੈਂ ਜਿਹੜੀ ਜ਼ਿਆਦਾਤਰ ਮੈਂ ਗੁਣਗੁਣਾਉਂਦਾ ਰਹਿੰਦਾ, ਪਤਾ ਨਹੀਂ ਮੈਨੂੰ ਕਿਤਾਬਾਂ ਦਾ ਕਰਕੇ ਸ਼ਾਇਦ ਉਹ ਯਾਦ ਹੋ ਗਈ ਹੈ ਕਿ ਕਿਤਾਬਾਂ ਵਰਗੀਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ, ਮਿਲੇ ਗਹਿਰਾ ਕਿਤੇ ਲਿਖਿਆ ਅਤੇ ਵਰਕਾ ਮੋੜ ਲੈਂਦਾ ਹਾਂ। ਜੇ ਖੁੱਲ੍ਹੇ ਜਾਣ ਦੇਵਾਂ ਜਾਣਗੇ ਤੇਰੀ ਤਰਫ ਸਾਰੇ, ਅਜੇ ਕੁਝ ਰਸਤਿਆਂ ਨੂੰ ਆਪਣੇ ਵੱਲ ਮੋੜ ਲੈਂਦਾ ਹਾਂ। ਦੁਆ ਦਿੰਦਾ ਹਾਂ ਜਿਸ ਅੰਬਰ ਨੂੰ ਪੂਰਨ ਮਾਸ਼ੀਆਂ ਵਾਲੀ, ਮੈਂ ਉਸ ਦੀ ਰਾਤ 'ਚੋਂ ਹਰ ਰੋਜ਼ ਤਾਰੇ ਤੋੜ ਲੈਂਦਾ ਹਾਂ। ਵਹਾ ਦਿੰਦਾ ਹਾਂ ਫੁੱਲਾਂ ਵਾਂਗ ਜੋ ਮੇਰੇ ਨਹੀਂ ਰਹਿੰਦੇ, ਵਿਦਾਈ ਬਾਅਦ ਫਿਰ ਪਾਣੀ ਪਿਛਾਂ ਨੂੰ ਮੋੜ ਲੈਂਦਾ ਹਾਂ। ਮੈਂ ਆਪਣੀ ਨੀਂਦ ਵਿੱਚ ਵੀ ਜਾਗਦਾ ਰਹਿੰਦਾ ਕਿਸੇ ਥਾਂ ਤੋਂ, ਜਦੋਂ ਸੱਚ ਹੋਣ ਨੂੰ ਆਵੇ ਤਾਂ ਸੁਪਨਾ ਤੋੜ ਲੈਂਦਾ ਹਾਂ। ਵਾਹ ਜੀ ਵਾਹ। ਅਤੇ ਹੁਣ ਸੋਭਿਤ ਦੀ ਗੱਲ ਕਰੀਏ, ਸੋਭਿਤ ਦੇ ਕਿੰਨੇ ਐਡੀਸ਼ਨ ਜਿਹੜੇ ਹੁਣ ਤੱਕ ਆ ਗਏ ਆ? ਸੋਭਿਤ ਦੇ ਇਸ ਟਾਈਮ ਤੱਕ 2 ਐਡੀਸ਼ਨ ਆ ਚੁੱਕੇ ਨੇ, ਤੀਸਰਾ ਥੋੜ੍ਹੇ ਸਮੇਂ ਤੱਕ ਆ ਜਾਏਗਾ, ਕਿਉਂਕਿ ਮੈਂ ਪਿੱਛੇ ਜਿਹੇ ਗੱਲ ਕੀਤੀ ਸੀ ਭਾਜੀ ਹੁਣਾਂ ਨਾਲ ਕਿ ਆਪਣੀ ਕਿਤਾਬ ਦਾ ਹੁਣ ਕੀ ਚੱਲਣ ਦਿਆ ਸਿਸਟਮ ਕਿਵੇਂ ਚੱਲ ਰਹੀ ਹੈ, ਅਤੇ ਉਹ ਕਹਿੰਦੇ ਸੀ ਕਿ 30-40 ਕਾਪੀਆਂ ਜਿਹੜੀਆਂ ਉਹ ਰਹਿ ਗਈਆਂ ਨੇ, ਉਸ ਤੋਂ ਬਾਅਦ ਨਵਾਂ ਐਡੀਸ਼ਨ ਕਰਦੇ ਹਾਂ। ਪਰ ਇਹਦੇ ਵਿੱਚ ਨਾ ਥੋੜ੍ਹੀਆਂ ਜਿਹੀਆਂ ਜਿਹੜੀਆਂ ਖਾਮੀਆਂ ਰਹਿ ਗਈਆਂ ਸੀ, ਉਹ ਅਗਲੇ ਐਡੀਸ਼ਨ ਦੇ ਵਿੱਚ ਅਸੀਂ ਉਹ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ। ਇੱਕ ਤਾਂ ਕੁਝ ਸ਼ਬਦਾਵਲੀ ਟਾਈਪਿੰਗ ਦੌਰਾਨ ਬਦਲੀ, ਉਹਦਾ ਕਰਕੇ ਜਿਹੜੀ ਬਹਿਰ ਆ ਉਹਦੇ ਵਿੱਚ ਥੋੜ੍ਹੀਆਂ ਜਿਹੀਆਂ ਖਾਮੀਆਂ ਰਹਿ ਗਈਆਂ। ਹੁਣ ਨਵੀਂ ਕਿਤਾਬ ਵਿੱਚ ਕੁਝ ਸ਼ੇਅਰ ਵੀ ਵਧਾਏ ਆ, ਅਤੇ ਇੱਕ ਹੋ ਸਕਦਾ 2-4 ਗਜ਼ਲਾਂ ਵੀ ਨਵੀਆਂ ਐਡ ਹੋਣ। ਅਤੇ ਜਿਹੜਾ ਬਾਕੀ ਬਹਿਰ ਦੇ ਵਿੱਚ ਪੂਰਨ ਤੌਰ 'ਤੇ ਜਿਹੜੀ ਕਿਤਾਬ ਹੈ ਤੀਸਰਾ ਐਡੀਸ਼ਨ, ਕੋਸ਼ਿਸ਼ ਤਾਂ ਇਹ ਹੈ ਕਿ ਤੀਸਰਾ ਐਡੀਸ਼ਨ ਕਰ ਦਿੱਤਾ ਜਾਵੇ। ਜੇਕਰ ਆਪਣੇ ਉਹਨਾਂ ਨੇ ਸਹਿਮਤੀ ਪ੍ਰਗਟਾਈ ਤਾਂ ਜ਼ਰੂਰ ਅਗਲੇ ਐਡੀਸ਼ਨ ਦੇ ਵਿੱਚ ਜਿਹੜੀਆਂ ਖਾਮੀਆਂ ਰਹਿ ਗਈਆਂ ਉਹ ਪੂਰੀ ਤਰ੍ਹਾਂ ਦੂਰ ਕਰ ਦਿੱਤੀਆਂ ਜਾਣਗੀਆਂ। ਇਹ ਕਿੰਨੇ ਸਮੇਂ ਦੇ ਵਿੱਚ ਜਿਹੜਾ ਤੀਸਰਾ ਐਡੀਸ਼ਨ ਆ ਰਿਹਾ, ਜੇ ਆਪਾਂ ਦਿਨਾਂ ਜਾਂ ਮਹੀਨਿਆਂ ਨੂੰ ਲੈ ਕੇ ਚੱਲੀਏ? ਮੈਂ ਇਹਨਾਂ ਨੇ ਜਦੋਂ ਗੱਲ ਕੀਤੀ ਉਹਨਾਂ ਨੇ ਇਹੋ ਕਿਹਾ ਸੀ ਕਿ 1-1.5 ਮਹੀਨੇ ਦੇ ਵਿੱਚ ਆ ਜਾਏਗਾ। ਅਤੇ ਟੀਚਾ ਇਹੋ ਹੀ ਹੈ ਕਿ ਆਪਣੇ ਪੁਸਤਕ ਮੇਲਾ ਆਉਣਾ ਆ, ਬਾਬਾ ਜੀ ਦਾ ਫਰੀਦਕੋਟ ਹੁੰਦਾ ਆ ਪੁਸਤਕ ਮੇਲਾ, ਅਤੇ ਉਹਨਾਂ ਦਾ ਇਹੋ ਹੀ ਆ ਕਿ ਮੇਲੇ ਤੋਂ ਪਹਿਲਾਂ ਕਰ ਲਿਆ ਜਾਵੇ ਤਾਂ ਜੋ ਉੱਥੇ ਜਿਹੜੀ ਕਿਤਾਬ ਆ ਉਹ ਸਾਰਿਆਂ ਨੂੰ ਪਹੁੰਚਾ ਦਿੱਤੀ ਜਾਵੇ। ਕਿਉਂਕਿ ਇੱਥੇ ਖਾਲਸਾ ਕਾਲਜ ਵੀ ਇਹੋ ਹੋਇਆ ਸੀ, ਪਹਿਲਾ ਐਡੀਸ਼ਨ ਜਦੋਂ ਮਿੰਟੋ ਮਿੰਟ ਦਵਾ ਸੋਲਡ ਆਊਟ ਹੋ ਗਿਆ ਸੀ, ਤਾਂ ਫਿਰ ਬਾਅਦ ਵਿੱਚ ਮੇਲੇ ਦੇ ਦੌਰਾਨ ਕਿਤਾਬ ਪਹੁੰਚੀ ਨਹੀਂ ਸੀ ਦੂਸਰਾ ਐਡੀਸ਼ਨ, ਉਹ ਕਾਫੀ ਲੇਟ ਹੋ ਗਿਆ ਸੀ। ਤਾਂ ਹੁਣ ਉਹਨਾਂ ਦਾ ਇਹੋ ਹੀ ਹੈ ਕਿ ਪਹਿਲਾਂ ਉਸ ਮੇਲੇ ਤੋਂ ਪਹਿਲਾਂ ਕਿਤਾਬਾਂ ਜਿਹੜੀਆਂ ਵਾ ਉਹ ਛਪ ਕੇ ਆ ਜਾਣ। ਨਹੀਂ ਮੀਤ ਜੀ, ਮੇਰਾ ਸਵਾਲ ਜਿਹੜਾ ਦੂਜਾ ਸੀਗਾ ਕਿ ਕਿੰਨੇ ਮਹੀਨਿਆਂ ਦੇ ਵਿੱਚ ਜਿਹੜਾ ਇਹ ਤੀਸਰਾ ਐਡੀਸ਼ਨ ਜਿਹੜਾ ਵਾ ਤੁਸੀਂ ਕੱਢਣ ਜਾ ਰਹੇ ਹੋ? ਹਾਂ, ਇਹ ਮੇਰੀ ਕਿਤਾਬ ਜਦੋਂ ਆਪਣੇ ਖਾਲਸਾ ਕਾਲਜ ਪੁਸਤਕ ਮੇਲਾ ਸ਼ੁਰੂ ਹੋਇਆ ਸੀ 5 ਤਰੀਕ ਨੂੰ, ਸ਼ਾਇਦ 5 ਅਪ੍ਰੈਲ ਜਾਂ ਮਾਰਚ ਨੂੰ ਪੁਸਤਕ ਮੇਲਾ ਹੀ, ਉਸ ਤੋਂ ਲੈ ਕੇ ਹੁਣ ਤੱਕ ਤੀਸਰੇ ਐਡੀਸ਼ਨ ਦੀ ਤਿਆਰੀ ਹੋ ਚੁੱਕੀ ਆ। ਪਹਿਲਾ ਐਡੀਸ਼ਨ ਤਾਂ ਪੁਸਤਕ ਮੇਲੇ ਦੇ ਵਿੱਚ ਹੀ ਸੋਲਡ ਆਊਟ ਹੋ ਗਿਆ ਸੀ, ਅਤੇ ਉਸ ਤੋਂ ਬਾਅਦ ਦੂਸਰਾ ਐਡੀਸ਼ਨ ਜਿਹੜਾ ਉਹ ਆਉਣ ਵਿੱਚ ਥੋੜ੍ਹੀ ਜਿਹੀ ਦੇਰੀ ਹੋ ਗਈ, ਕਿਉਂਕਿ ਥੋੜ੍ਹੇ ਜਿਹੇ ਬਦਲਾਵ ਕੀਤੇ ਸੀ। ਉਹਦਾ ਕਰਕੇ ਦੂਸਰਾ ਐਡੀਸ਼ਨ ਵੀ ਮੇਰੇ ਹਿਸਾਬ ਨਾਲ 1.5-2 ਮਹੀਨੇ ਦੇ ਵਿੱਚ ਸੋਲਡ ਆਊਟ ਹੋ ਚੱਲਿਆ। ਮੀਨਜ਼ ਕਿ ਲਗਭਗ 5 ਮਹੀਨਿਆਂ ਦੇ ਵਿੱਚ ਜਿਹੜਾ ਇਹ ਤੀਸਰਾ ਐਡੀਸ਼ਨ ਜਿਹੜਾ ਉਹ ਨਿਕਲ ਰਿਹਾ। ਹਾਂਜੀ,
ਇਸੇ ਸਮੇਂ ਦੌਰਾਨ 5 ਮਹੀਨਿਆਂ ਦੇ ਵਿੱਚ ਤੀਸਰਾ ਐਡੀਸ਼ਨ ਆ ਰਿਹਾ। ਕਿੰਨੀ ਕੁ ਖੁਸ਼ੀ ਮਹਿਸੂਸ ਹੁੰਦੀ ਹੈ? ਮੈਨੂੰ ਖੁਸ਼ੀ ਦੇ ਨਾਲੋਂ ਮੈਂ ਕਹਿੰਦਾ ਇੱਕ ਚਮਤਕਾਰ ਦੀ ਤਰ੍ਹਾਂ ਆ, ਕਿਉਂਕਿ ਆਪਣਾ ਜਿਹੜਾ ਦਾਇਰਾ ਵਾ ਕਿਤਾਬਾਂ ਪੜ੍ਹਨ ਵਾਲਿਆਂ ਦਾ ਕਿਤੇ ਨਾ ਕਿਤੇ ਹੁਣ ਫੇਸਬੁੱਕ ਕਰਕੇ, ਸੋਸ਼ਲ ਮੀਡੀਆ ਕਰਕੇ ਬਹੁਤ ਸਾਰੇ ਲੋਕ ਜੁੜ ਰਹੇ ਆ ਕਿਤਾਬਾਂ ਦੇ ਨਾਲ, ਲਿਟਰੇਚਰ ਦੇ ਨਾਲ, ਪਰ ਫਿਰ ਵੀ ਬਹੁਤ ਘੱਟ ਆ। ਇਹਦੇ ਨਾਲੋਂ ਜੇ ਕੋਈ ਗਾਣਾ ਆਉਂਦਾ ਆ ਜਾਂ ਜੇਕਰ ਕੋਈ ਹੋਰ ਚੀਜ਼ ਫਿਲਮ ਆਉਂਦੀ ਆ, ਉਹਨੂੰ ਛੇਤੀ ਰਿਸਪੌਂਸ ਮਿਲਦਾ ਆ। ਕਿਤਾਬਾਂ ਛਪਦੀਆਂ ਨੇ, ਛਪ ਕੇ ਰਹਿ ਜਾਂਦੀਆਂ ਨੇ। ਅਤੇ ਉਸ ਸਮੇਂ ਜਦੋਂ ਇਹ ਦੌਰ ਚੱਲ ਰਿਹਾ ਆ, ਉਦੋਂ ਇੱਕ ਕਿਤਾਬ ਨੂੰ ਇੰਨਾ ਲੋਕਾਂ ਨੇ ਪਿਆਰ ਦਿੱਤਾ। ਇੱਕ ਮੈਨੂੰ ਬਹੁਤ ਜ਼ਿਆਦਾ ਇਸ ਚੀਜ਼ ਦੀ ਖੁਸ਼ੀ ਹੈ ਕਿ ਉਹ ਕਿਤਾਬ ਜਿਹੜੀ ਆ ਉਹ ਮੇਰੀ ਕਿਤਾਬ ਸੋਭਤ ਹੋਈ। ਹੁਣ ਤੱਕ ਵੀ ਜਿੱਦਾਂ ਫੋਨ ਆ ਜਾਂਦਾ ਕਿਸੇ ਦਾ ਕਿਤਾਬ ਪੜ੍ਹੀ। ਥੋੜ੍ਹੇ ਦਿਨ ਹੋਏ ਇੱਕ ਲੜਕੀ ਸੀ, ਆਪਣਾ ਮਨਦੀਪ ਕੌਰ ਕਰਕੇ ਨਾਮ ਉਹਨਾਂ ਦਾ, ਮਨਦੀਪ ਕੌਰ ਤੁੰਗ ਕਰਕੇ, ਉਹਨਾਂ ਨੇ ਮੈਨੂੰ ਇੱਦਾਂ ਹੀ ਕਿਤਾਬ ਮੰਗਵਾਈ ਮੇਰੇ ਤੋਂ। ਮਤਲਬ ਮੈਨੂੰ ਕਿਹਾ ਕਿ ਕਿਤਾਬ ਚਾਹੀਦੀ ਆ, ਅਤੇ ਮੈਂ ਆਪਣੇ ਰਵੀ ਅੰਗੁਰਾਲ ਹੋਣੀ, ਉਹਨਾਂ ਨੂੰ ਉਹ ਕਿਤਾਬਾਂ ਸੇਲ ਕਰਦੇ ਨੇ। ਮੈਂ ਉਹਨਾਂ ਨੂੰ ਕਿਹਾ ਕਿ ਭਾਜੀ ਉਹਨਾਂ ਤੱਕ ਕਿਤਾਬ ਪਹੁੰਚਾ ਦਿਓ। ਅਤੇ ਉਹਨਾਂ ਨੇ ਰਾਤ ਸ਼ਾਮੀ 5 ਵਜੇ ਜਾਂ 6 ਵਜੇ ਕਿਤਾਬ ਪਹੁੰਚਾਈ ਆ। ਉਹਨਾਂ ਰਾਤ ਪਹਿਲਾਂ ਤਾਂ ਇੱਕ ਵਾਰ ਰਾਤ ਕਿਤਾਬ ਪੜ੍ਹ ਲਈ, ਜਿਹੜੇ ਉਹਨਾਂ ਦੇ ਵਿਚਾਰ ਹੈ ਜਦੋਂ ਉਹਨਾਂ ਮੇਰੇ ਨਾਲ ਗੱਲ ਕੀਤੀ। ਫਿਰ ਕਹਿੰਦੇ ਕਿ ਰਾਤ ਜਿਹਨ ਦੇ ਵਿੱਚ ਉਹ ਤੁਹਾਡੀਆਂ ਕਵਿਤਾਵਾਂ ਘੁੰਮਦੀਆਂ ਰਹੀਆਂ। ਸਵੇਰੇ ਉੱਠ ਕੇ ਕਹਿੰਦੇ ਮੈਂ ਫਿਰ ਕਿਤਾਬ ਪੜ੍ਹੀ। ਉਸ ਤੋਂ ਬਾਅਦ ਮੈਂ ਲਿਖ ਰਹੀ ਹਾਂ ਕਿ ਕਿਤਾਬ ਜਿਹੜੀ ਤੁਹਾਡੀ ਆ, ਇਹ ਕਿਤਾਬ ਹਰ ਇੱਕ ਨੂੰ ਪੜ੍ਹਨੀ ਚਾਹੀਦੀ ਹੈ। ਅਤੇ ਮੈਨੂੰ ਵੀ ਲੱਗਦਾ ਫਿਰ ਉਸ ਤੋਂ ਬਾਅਦ ਜਦੋਂ ਵਧੀਆ ਰਿਸਪੌਂਸ ਮਿਲਦਾ ਆ। ਹਜੇ ਮੈਨੂੰ ਲੱਗਦਾ ਕਿ ਖਾਮੀਆਂ ਜ਼ਰੂਰ ਨੇ, ਇਹ ਨਹੀਂ ਮੈਂ ਕਹਿੰਦਾ ਕਿ ਸੰਪੂਰਨ ਆ, ਪਰ ਜੋ ਰਿਸਪੌਂਸ ਮਿਲ ਰਿਹਾ ਉਹਦੇ ਆਧਾਰ 'ਤੇ ਮੈਂ ਇਹ ਕਹਿ ਸਕਦਾ ਕਿ ਜ਼ਰੂਰ ਜਿਹੜੇ ਵੀ ਸੋਭਤ ਕਿਤਾਬ ਨੂੰ ਪੜ੍ਹਨਗੇ ਉਹਨਾਂ ਨੂੰ ਵਧੀਆ ਲੱਗੇਗਾ, ਆਨੰਦ ਹੀ ਆਏਗਾ, ਸਿੱਖਣ ਨੂੰ ਵੀ ਬਹੁਤ ਕੁਝ ਮਿਲੇਗਾ। ਸਭ ਤੋਂ ਪਹਿਲਾਂ ਤਾਂ ਇਹ ਗੱਲ ਕਰੀਏ ਕਿ ਸੋਭਤ ਦਾ ਮਤਲਬ ਕੀ ਹੈ? ਸੋਭਤ ਦਾ ਮਤਲਬ ਸਾਥ ਕਹਿ ਸਕਦੇ ਹਾਂ, ਸੰਗਤ ਕਹਿ ਸਕਦੇ ਹਾਂ। ਇਹ ਜਿਹੜੀ ਰਚਨਾ ਵਾ ਇਹਦੇ ਵਿੱਚੋਂ ਹੀ ਇੱਕ ਕਵਿਤਾ ਸੀ ਕਿ ਬਿਨਾਂ ਮਤਲਬ ਕਿਤਾਬਾਂ ਦੇ ਐਵੇਂ ਉਪਹਾਰ ਨਹੀਂ ਦਿੰਦਾ, ਕਿਤਾਬਾਂ ਪੜ੍ਹਨੀਆਂ ਚਾਹੁੰਦਾ ਅਤੇ ਸੋਭਤ ਨੂੰ ਵੀ ਚਾਹੁੰਦਾ ਹੈ। ਭਾਵ ਕਿ ਕਿਤਾਬਾਂ ਪੜ੍ਹਨੀਆਂ ਵੀ ਚਾਹੁੰਦਾ, ਪਰ ਜਿਨ੍ਹਾਂ ਨੂੰ ਉਪਹਾਰ ਦਿੰਦਾ ਵਾ ਦਿਲ ਦੀ ਇੱਛਾ ਵਾ ਕਿ ਉਹ ਵੀ ਨਾਲ ਪੈ ਕੇ ਕਿਤਾਬਾਂ ਪੜ੍ਹਨ। ਇਹ ਅਸਲ ਵਿੱਚ ਸੋਭਤ ਦਾ ਮਤਲਬ ਹੁੰਦਾ ਹੈ ਸੰਗਤ ਜਾਂ ਸਾਥ। ਅਤੇ ਮੈਨੂੰ ਲੱਗਦਾ ਕਿ ਮੈਨੂੰ ਕਿਤਾਬਾਂ ਦਾ ਸਾਥ ਜਾਂ ਕਿਤਾਬਾਂ ਪੜ੍ਹਨ ਵਾਲਿਆਂ ਦਾ ਸਾਥ ਹੀ ਆ ਜਿਹੜਾ ਇਹ ਸੋਭਤ ਦਾ ਮੇਰੇ ਹੱਥੋਂ ਲਿਖੀ ਗਈ, ਇਹ ਉਸ ਸਾਥ ਦੀ ਬਦੌਲਤ ਹੀ ਆ। ਇਹਦੇ ਕਿੰਨੇ ਪੰਨੇ ਨੇ ਔਰ ਕਿੰਨੀਆਂ ਜਿਹੜੀਆਂ ਕਵਿਤਾਵਾਂ ਇਹਦੇ ਵਿੱਚ ਦਰਜ ਆ? ਇਸ ਵਿੱਚ 68 ਰਚਨਾਵਾਂ ਦਰਜ ਨੇ ਅਤੇ 86 ਪੰਨਿਆਂ ਦੀ ਇਹ ਕਿਤਾਬ ਆ। ਟੋਟਲ 86 ਪੰਨੇ ਨੇ ਅਤੇ 68 ਜਿਹੜੀਆਂ ਆਪਾਂ ਰਚਨਾਵਾਂ ਇਹਦੇ ਵਿੱਚ, ਕੁਝ ਗਜ਼ਲਾਂ ਨੇ, ਕੁਝ ਆਪਾਂ ਕਹਿ ਸਕਦੇ ਹਾਂ ਗਜ਼ਲਾਂ ਵਰਗੀਆਂ ਚੀਜ਼ਾਂ ਕਹਿ ਸਕਦੇ ਹਾਂ, ਕਿਉਂਕਿ ਆਪਾਂ ਇਹ ਨਹੀਂ ਕਹਿੰਦੇ ਕਿ ਪੂਰਨ ਤੌਰ 'ਤੇ ਹੀ। ਹਾਂ, ਇੱਕ ਉਬਾਲ ਹੁੰਦਾ ਬੰਦੇ ਦੇ ਕਿ ਜਦੋਂ ਉਸ ਨੂੰ ਆਲੇ ਦੁਆਲੇ ਵਿੱਚੋਂ ਚੀਜ਼ਾਂ ਮਿਲਣ, ਸੁਣਨ ਨੂੰ ਮਿਲਣ ਕਿ ਤੁਸੀਂ ਇੱਕ ਗਜ਼ਲ ਲਿਖ ਰਹੇ ਹੋ, ਤੁਹਾਡੀ ਗਜ਼ਲ ਆ, ਅਤੇ ਉਹ ਇੱਕ ਅੰਦਰ ਆ ਜਾਂਦਾ ਕਿ ਆਪਾਂ ਗਜ਼ਲ ਲਿਖਦੇ ਹਾਂ। ਪਰ ਫਿਰ ਵੀ ਇੱਕ ਜਿਹੜੇ ਕਹਿ ਸਕਦੇ ਨੇ ਕਿ ਗਜ਼ਲ ਨੂੰ ਜਾਣਨ ਵਾਲੇ ਜਿਹੜੇ ਵਿਦਵਾਨ ਆ, ਜਿਨ੍ਹਾਂ ਦਾ ਗਜ਼ਲ ਨਾਲ ਜ਼ਿਆਦਾ ਗੂੜਾ ਸੰਬੰਧ ਆ, ਉਹ ਫਿਰ ਕਿਤੇ ਨਾ ਕਿਤੇ ਖਾਮੀਆਂ ਲੱਭ ਲੈਂਦੇ ਆ। ਫਿਰ ਉਹ ਕਿਤੇ ਨਾ ਕਿਤੇ ਕਹਿ ਦਿੰਦੇ ਕਿ ਨਹੀਂ, ਇਹ ਗਜ਼ਲ ਜੇ ਹੈਗੀ ਆ ਫਿਰ ਇਹਦੇ ਵਿੱਚ ਬਹਿਰ ਦਾ ਨੁਕਸਾ ਹੈ, ਬਹਿਰ। ਹੁਣ ਮੈਂ ਬਹਿਰ ਉੱਤੇ ਕੰਮ ਵੀ ਕੀਤਾ ਆ। ਹੁਣ ਜਿਹੜੀਆਂ ਇਸੇ ਵਿੱਚ ਜਿਹੜੀਆਂ ਅਸਲ 'ਚ ਬਹਿਰ ਨਾ ਮੇਰੇ ਵੱਲੋਂ ਪੂਰੀ ਸੀ, ਮੈਂ ਕੋਸ਼ਿਸ਼ ਕੀਤੀ ਸੀ ਕਿ ਜਿਹੜੀ ਬਹਿਰ ਚੱਲ ਰਹੀ ਹੈ ਉਹਨੂੰ ਪੂਰਾ ਰੱਖਿਆ ਜਾਵੇ। ਪਰ ਦਿੱਕਤ ਉਦੋਂ ਆਉਂਦੀ ਹੈ ਜਦੋਂ ਆਪਾਂ ਕੁਝ ਸ਼ਬਦਾਵਲੀ, ਜਿਹੜੇ ਕੁਝ ਸ਼ਬਦ ਆਪਣੇ ਖਿੱਤੇ ਨਾਲ ਸੰਬੰਧ ਰੱਖਦੇ ਸ਼ਬਦ ਆਪਾਂ ਇਸਤੇਮਾਲ ਕਰਦੇ ਹਾਂ। ਫਿਰ ਜਦੋਂ ਟਾਈਪ ਕਰਨ ਵਾਲੇ ਸੀ ਜਾਂ ਪਬਲਿਸ਼ਰ ਨੇ, ਕਿਉਂਕਿ ਜਿਹੜੀ ਕਿਤਾਬ ਹੈ ਉਹਨਾਂ ਦੀ ਬਦੌਲਤ ਹੀ, ਫਿਰ ਉਹਨਾਂ ਨੇ ਜਦੋਂ ਐਡਵਾਈਸ ਕੋਈ ਦਿੱਤੀ, ਉਹਨਾਂ ਨੇ ਕਿਹਾ ਕਿ ਜਿਹੜੇ ਆਪਣੇ ਖਿੱਤੇ ਦੇ ਸ਼ਬਦ ਆ, ਇਹ ਜਿਹੜੇ ਆ ਹੋ ਸਕਦਾ ਸਮਝ ਨਾ ਆਉਣ ਕਿਸੇ ਨੂੰ। ਉਦੋਂ ਜਦੋਂ ਸ਼ਬਦਾਵਲੀ ਬਦਲੀ ਗਈ, ਐਟ ਏ ਟਾਈਮ ਬਦਲੀ ਗਈ, ਕਿਉਂਕਿ ਮੁੜ ਕੇ ਕਿਤਾਬ ਜਿਹੜੀ ਰਿਲੀਜ਼ ਜਲਦੀ ਕਰਨੀ ਸੀ, ਉਦੋਂ ਬਹਿਰ ਦੇ ਵਿੱਚ ਬਹੁਤ ਸਾਰੇ ਨੁਕਸ ਪੈਦਾ ਹੋ ਗਏ ਜਾਂ ਨੁਕਸ ਕੱਢੇ ਨਹੀਂ ਗਏ, ਅਤੇ ਉਹ ਥੋੜ੍ਹੀਆਂ ਖਾਮੀਆਂ ਹੋਈਆਂ ਨੇ। ਪਰ ਆਉਣ ਵਾਲੀ ਜਿਹੜੀ ਆਪਾਂ ਨਵੀਂ ਕਿਤਾਬ ਵਿੱਚ ਤਾਂ ਬਿਲਕੁਲ ਨਿਸ਼ਚਿੰਤ ਹੋ ਜਾਓ ਕਿ ਕੋਈ ਐਸੀ ਖਾਮੀ ਰਹੇਗੀ। ਇਹਦਾ ਅਗਲਾ ਐਡੀਸ਼ਨ ਵੀ ਕੋਸ਼ਿਸ਼ ਕਰਾਂਗੇ ਕਿ ਸੋਧ ਲਿਆ ਜਾਵੇ। ਖਾਮੀਆਂ ਤੋਂ ਗੱਲ ਯਾਦ ਆਈ ਕਿ ਇਹ ਮੀਤ ਉਹ ਸ਼ਖਸ ਮੈਨੂੰ ਲੱਗਦਾ ਵਾ ਕਿ ਜਿਹੜਾ ਖੁਦ ਆਪਣੀਆਂ ਖਾਮੀਆਂ ਗਿਣਾ ਰਿਹਾ ਵਾ, ਔਰ ਉਹਨੂੰ ਮੇਰਾ ਜਿਹੜਾ ਇਹ ਕਹਿਣ ਦਾ ਮਤਲਬ ਇਹ ਆ ਕਿ ਨਹੀਂ ਤੇ ਕਈ ਲੋਕ ਪਰਦੇ ਪਾਉਂਦੇ ਆ, ਢੱਕਦੇ ਆ, ਪਰ ਮੀਤ ਮੇਰੇ ਸਾਹਮਣੇ ਬੈਠਾ ਉਹ ਆਪਣੀਆਂ ਖਾਮੀਆਂ ਖੁਦ ਜਿਹੜਾ ਕਹਿ ਰਿਹਾ ਕਿ ਕਿਤੇ ਨਾ ਕਿਤੇ ਜਿਹੜਾ ਅਜੇ ਤਰਾਸ਼ਣਾ ਚਾਹੁੰਦਾ ਵਾ ਖੁਦ ਨੂੰ ਵੀ। ਅਤੇ ਦੂਜੀ ਮੇਰੀ ਜਿਹੜੀ ਗੱਲ ਉਹ ਇਹ ਆ ਕਿ ਵਰ੍ਹਿਆਂ ਤੱਕ ਲੋਕ ਜਿਹੜੇ ਆ, ਲੇਖਕ ਜਿਹੜੇ ਆ, ਕਵੀ ਜਿਹੜੇ ਆ, ਉਹ ਆਪਣੀ ਰਚਨਾ ਨੂੰ ਲਿਖਦੇ ਆ, ਫਿਰ ਉਹਨੂੰ ਇੱਕ ਰੂਪ ਦਿੰਦੇ ਆ। ਇੱਕ ਤਪੱਸਿਆ ਹੁੰਦੀ ਆ ਬੜੀ ਵੱਡੀ। ਇਹ ਬੜੇ ਬੜੇ ਸਾਲ ਜਿਹੜੇ ਆ ਕਵੀਆਂ ਨੇ
ਭੰਨੇ ਹੁੰਦੇ ਆ, ਤਪੱਸਿਆ ਕੀਤੀ ਹੁੰਦੀ ਆ, ਲਗਨ, ਮਿਹਨਤ, ਜਨੂਨ, ਬੜਾ ਕੁਝ ਸਿਰ ਚੜ੍ਹ ਕੇ ਬੋਲਦਾ ਤੇ ਫਿਰ ਕਿਤਾਬ ਤੱਕ ਪਹੁੰਚਦੇ ਆ। ਮੀਤ ਨੂੰ ਇਹਨਾਂ ਬਾਬਾ ਬੋੜਾ ਨੇ ਕਿਵੇਂ ਜਿਹੜਾ ਵਾ ਉਹ ਹਜਮ ਕੀਤਾ, ਜਾਂ ਕਦੀ ਕਦੀ ਫੋਨ ਕਿਸੇ ਦੇ ਆਏ ਆ ਜਾਂ ਸੁਨੇਹੇ ਆਏ ਆ ਵੀ ਯਾਰ ਤੂੰ ਤੇ ਆਇਆ ਤੇ ਮਿੰਟੋ ਮਿੰਟ ਹੀ ਗਾਂਹ ਨਿਕਲ ਗਿਆ? ਇਹ ਕਿਤੇ ਨਾ ਕਿਤੇ ਮੈਨੂੰ ਜਿੱਥੋਂ ਤੱਕ ਲੱਗਦਾ ਆ ਕਿ ਭਾਵੇਂ ਇਹ ਗੱਲ ਬਹੁਤ ਜਾਣਿਆਂ ਨੂੰ ਬੁਰੀ ਲੱਗੇਗੀ, ਆਪਾਂ ਉਹਨਾਂ ਨੂੰ ਇਹ ਨਹੀਂ ਹੈ ਕਿ ਉਹਨਾਂ ਨੂੰ ਆਪਾਂ ਮਾੜਾ ਕਵਾਂਗੇ ਜਾਂ ਗਲਤ ਕਵਾਂਗੇ, ਪਰ ਕੋਈ ਵੀ ਖਿੱਤਾ ਹੋਵੇ, ਕੋਈ ਵੀ ਕੰਮ ਲਾ ਲਓ, ਕੋਈ ਵੀ ਫੀਲਡ ਲਗਾ ਲਓ ਤੁਸੀਂ, ਨਵੇਂ ਬੰਦੇ ਨੂੰ ਛੇਤੀ ਪ੍ਰਵਾਨ ਨਹੀਂ ਕੀਤਾ ਜਾਂਦਾ। ਹਾਂ, ਨਵੇਂ ਬੰਦੇ ਨੂੰ ਨਵੇਂ ਜ਼ਰੂਰ ਪ੍ਰਵਾਨ ਕਰਦੇ ਆ, ਉਹ ਵੀ ਖੁਦ ਆਪਾਂ ਕਹਿ ਸਕਦੇ ਹਾਂ ਕਿ ਧੱਕੇ ਖਾ ਧੱਕੇ ਮਾਰ ਕੇ ਜਾਂ ਅੱਗੇ ਆ ਜਾਈਏ ਤਾਂ ਵੱਖਰੀ ਗੱਲ ਆ, ਵੈਸੇ ਛੇਤੀ ਕੀਤਿਆਂ ਅੱਗੇ ਕੋਈ ਵੀ ਆਉਣ ਨਹੀਂ ਦਿੰਦਾ। ਮੈਨੂੰ ਇਹ ਗੱਲ ਕਰਦਿਆਂ ਥੋੜ੍ਹਾ ਦੁੱਖ ਫੀਲ ਹੋ ਰਿਹਾ ਵਾ ਕਿ ਮੈਂ ਆਪਣੇ ਸਾਹਿਤ ਬਾਰੇ ਜਾਂ ਕਿਤਾਬੀ ਕਲਚਰ ਬਾਰੇ ਮੈਂ ਇਹ ਗੱਲ ਕਹਿ ਰਿਹਾ, ਪਰ ਫਿਰ ਵੀ ਕਿਤੇ ਨਾ ਕਿਤੇ ਨਵੇਂ ਬੰਦੇ ਨੂੰ ਜਲਦੀ ਪ੍ਰਵਾਨ ਨਹੀਂ ਕੀਤਾ ਜਾਂਦਾ, ਕਿਉਂਕਿ ਭਾਵੇਂ ਕੋਈ ਕਿਤਾਬ ਬਹੁਤ ਜ਼ਿਆਦਾ ਵਿਕ ਜਾਵੇ, ਪਾਠਕ ਪਸੰਦ ਕਰ ਰਹੇ ਹੋਣ, ਪਾਠਕ ਕਿਤੇ ਵੀ ਗੱਲ ਕਰਨ ਕਹਿਣ ਕਿ ਸਾਡੀ ਪਸੰਦੀਦਾ ਕਿਤਾਬ ਹੀ ਇਹ ਆ, ਫਿਰ ਵੀ ਜਿਹੜਾ ਆਪਾਂ ਕਹਿ ਸਕਦੇ ਆਲੋਚਕ ਵਰਗ ਤਾਂ ਫਿਰ ਵੀ ਬਹੁਤ ਵੱਡੀ ਚੀਜ਼ ਹੈ। ਹੁਣ ਜਿਵੇਂ ਆਲੋਚਕ ਹੋਏ ਡਾਕਟਰ ਹਰਭਜਨ ਸਿੰਘ ਭਾਟੀਆ ਹੋਣੀ ਆਲੋਚਕ ਨੇ, ਉਹ ਗੱਲ ਜੇ ਕਰਦੇ ਆ, ਆਲੋਚਨਾ ਕਰਦੇ ਆ, ਉਹਦੇ ਸਹੀ ਪੱਖ ਵੀ ਦੱਸਦੇ ਆ, ਗਲਤ ਪੱਖ ਵੀ ਦੱਸਦੇ ਆ ਕਿ ਇਹਦੇ ਵਿੱਚ ਆਹ ਖਾਮੀਆਂ ਨੇ ਜਾਂ ਇਹਦੇ ਵਿੱਚ ਆਹ ਚੰਗੀਆਂ ਚੀਜ਼ਾਂ ਨੇ, ਭਾਵ ਕਿ ਚੰਗੀ ਤਰ੍ਹਾਂ ਲੋਚਦੇ ਆ, ਚੰਗੀ ਤਰ੍ਹਾਂ ਉਹ ਚੀਜ਼ ਨੂੰ ਪਰਖਦੇ ਆ, ਉਹ ਹੁੰਦੀ ਆ ਆਲੋਚਨਾ। ਪਰ ਜਿਹੜਾ ਆਪਾਂ ਕਹਿੰਦੇ ਸੋਸ਼ਲ ਮੀਡੀਆ ਆ, ਜਿਹੜੇ ਆਲੋਚਕ ਉੱਤੇ ਨੇ, ਉਹਨਾਂ ਲਈ ਬਸ ਇੱਕੋ ਚੀਜ਼ ਕਹਿਣੀ ਕਾਫੀ ਹੁੰਦੀ ਆ ਕਿ ਇਹ ਕਿਤਾਬ, ਇਹਦੇ ਵਿੱਚ ਮੈਨੂੰ ਪੜ੍ਹਨ ਨੂੰ ਕੋਈ ਵੀ ਚੀਜ਼ ਵਧੀਆ ਨਹੀਂ ਲੱਗੀ, ਇਹ ਕਿਤਾਬ ਮੈਂ ਰੱਦ ਕਰਦਾ ਹਾਂ। ਉਹ ਚੀਜ਼ ਹੁੰਦੀ ਆ ਕਿ ਨਵੇਂ ਜਿਹੜੇ ਲੇਖਕ ਆਉਂਦੇ ਉਹਨਾਂ ਦੀਆਂ ਕਿਤਾਬਾਂ ਇੱਦਾਂ ਕਹਿ ਕੇ ਹੀ ਸੁੱਟ ਦਿੱਤੀਆਂ ਜਾਂਦੀਆਂ ਕਿ ਇਹ ਕਿਤਾਬ ਵਿੱਚ ਮੈਨੂੰ ਕੋਈ ਚੀਜ਼, ਪਰ ਐਸਾ ਨਹੀਂ ਮੈਨੂੰ ਲੱਗਦਾ। ਜਿੱਥੋਂ ਤੱਕ ਕੋਈ ਵੀ ਸ਼ਖਸ ਜੇਕਰ ਕੋਈ ਕੰਮ ਕਰ ਰਿਹਾ, ਜੇਕਰ ਕੋਈ ਗਾ ਰਿਹਾ ਆ ਜਾਂ ਜੇਕਰ ਕੋਈ ਲਿਖ ਰਿਹਾ ਆ, ਉਹ ਬਿਲਕੁਲ ਇੱਦਾਂ ਰੱਦ ਕਰਕੇ ਰੱਦੀ ਵਿੱਚ ਸੁੱਟਣ ਯੋਗ ਨਹੀਂ ਹੁੰਦਾ, ਉਸ ਨੂੰ ਤਰਾਸ਼ਿਆ ਜਾਣਾ ਚਾਹੀਦਾ ਆ। ਜੇਕਰ ਤੁਸੀਂ ਜਾਣਦੇ ਜੇ ਉਹਦੇ ਵਿੱਚ ਇਹ ਖਾਮੀਆਂ ਆ ਅਤੇ ਉਹ ਖਾਮੀਆਂ ਨੂੰ ਦੂਰ ਕਰਨਾ ਤੁਹਾਡਾ ਫਰਜ਼ ਬਣਦਾ ਆ, ਜੇਕਰ ਤੁਸੀਂ ਸਾਹਿਤ ਦੇ ਪ੍ਰੇਮੀ ਜੇ। ਮੈਨੂੰ ਜੇਕਰ ਕਿਸੇ ਨੇ ਨਿੰਦਿਆ ਏ, ਹਾਲੇ ਤੱਕ ਤੇ ਕੰਨ ਵਿੱਚ ਹੀ ਨਿੰਦਿਆ ਹੈ, ਮੈਂ ਕਹਿੰਦਾ ਵੱਡੀ ਕਿਸਮਤ ਆ। ਅਤੇ ਸਿਖਾਉਣ ਵਾਲਿਆਂ ਨੇ ਵੀ ਮੈਨੂੰ ਖੁਦ ਫੋਨ ਕਰਕੇ ਜਿਹੜਾ ਬਹਿਰ ਦੀਆਂ ਗਲਤੀਆਂ ਜਿਨ੍ਹਾਂ ਨੇ ਸਮਝੀਆਂ, ਅਤੇ ਉਹਨਾਂ ਨੇ ਫੋਨ ਕਰਕੇ ਮੈਨੂੰ ਸਿਖਾਇਆ, ਸਮਝਾਇਆ। ਈਵਨ ਕਿ ਬਾਰ-ਬਾਰ ਘੰਟਾ ਵੀ ਫੋਨ 'ਤੇ ਗੱਲ ਹੁੰਦੀ ਰਹੀ, ਕਿਤਾਬਾਂ 'ਤੇ ਬੈਠ ਕੇ ਅਸੀਂ ਵੇਖੀ ਜਾਣਾ ਕਿ ਆਹ ਖਾਮੀਆਂ ਵਾ, ਉਹ ਕਾਫੀ ਮੈਨੂੰ ਵਧੀਆ ਰਿਸਪੌਂਸ ਮਿਲਿਆ। ਪਰ ਫਿਰ ਵੀ ਕਿਤੇ ਨਾ ਕਿਤੇ ਬਹੁਤ ਸਾਰੇ ਨਵੇਂ ਲਿਖਾਰੀ ਹੈਗੇ ਆ, ਨਵੇਂ ਲੇਖਕ ਹੈਗੇ ਆ, ਉਹਨਾਂ ਨੂੰ ਇਹ ਜਿਹੜਾ ਵਾ ਇਹ ਇੰਨੀ ਕਿਸਮਤ, ਮੈਂ ਨਹੀਂ ਕਹਿੰਦਾ ਕਿ ਸਾਰਿਆਂ ਦੀ ਇੰਨੀ ਕਿਸਮਤ ਹੁੰਦੀ ਹੈ ਜਿੰਨੀ ਕਿਸਮਤ ਮੇਰੀ ਆ, ਬਹੁਤ ਸਾਰਿਆਂ ਨੂੰ ਨਿਰਾਸ਼ਾ ਵੀ ਦੇਖਣੀ ਪੈਂਦੀ ਹੈ। ਨਵੀਂ ਕਿਤਾਬ ਆਉਂਦਿਆਂ ਛੇਤੀ ਮੈਨੂੰ ਨਹੀਂ ਲੱਗਦਾ ਕਿ ਕੋਈ ਪੁਰਾਣਾ ਜਿਹੜਾ ਸਥਾਪਿਤ ਲੋਕ ਆ ਉਹ ਛੇਤੀ ਪ੍ਰਵਾਨ ਕਰਨ। ਕਦੀ ਕਦੀ ਬਾਬਾ ਬੋੜ ਕਵੀ ਜਿਹੜੇ ਨੇ, ਜਿਨ੍ਹਾਂ ਦਾ ਬਹੁਤ ਨਾਮ ਆ ਅਜੋਕੇ ਦੌਰ 'ਚ, ਕਿਸੇ ਇੱਕ ਦਾ ਫੋਨ ਆਇਆ ਹੋਵੇ ਕਿ ਮੀਤ ਤਗੜਾ ਹੋ ਜਾ, ਬੜੀਆਂ ਉਮੀਦਾਂ ਤੇਰੇ ਤੋਂ। ਹਾਂ ਬਿਲਕੁਲ ਹੈ। ਮੈਂ ਉਹਨਾਂ ਦਾ ਜੇਕਰ ਚਲੋ ਨਾਮ ਲੈ ਕੇ ਫਿਰ ਕਈ ਵਾਰ ਹੋ ਜਾਂਦਾ ਬੰਦਾ ਟਾਰਗੇਟ ਕਰ ਲੈਂਦਾ ਹੈ ਨਾ, ਕੋਈ ਹੋਰ ਕਹਿ ਦੇ, ਮੰਨ ਲਓ ਜਿਹੜਾ ਮੇਰੀ ਕਿਤਾਬ ਨੂੰ ਨਾ ਪਸੰਦ ਕਰਨ ਵਾਲਾ ਹੋਵੇ, ਉਹ ਫਿਰ ਉਹਨਾਂ ਨੂੰ ਸੋਸ਼ਲ ਮੀਡੀਆ ਦੀ ਇਹੋ ਸਮੱਸਿਆ ਵਾ ਕਿ ਜੇਕਰ ਕੋਈ ਮੰਨ ਲਓ ਜੇਕਰ ਮੇਰੇ 'ਤੇ ਕੋਈ ਲੱਗਦਾ ਆ ਅਤੇ ਉਹਨੇ ਉਸ ਨਾਲ ਵੀ ਲੱਗਣਾ ਹੈ ਜਿਹਨੇ ਮੇਰੀ ਸਪੋਰਟ ਵਿੱਚ ਜਾਂ ਮੇਰੀ ਲਈ ਕੋਈ ਚੰਗੇ ਸ਼ਬਦ ਬੋਲੇ ਹੋਣ। ਪਰ ਬਹੁਤ ਸਾਰੇ ਇੱਦਾਂ ਦੇ ਹੈਗੇ ਨੇ ਲੇਖਕ ਜਿਨ੍ਹਾਂ ਦੀਆਂ ਬਹੁਤ 35 ਸਾਲ ਤੋਂ ਆਪਾਂ ਕਹਿ ਸਕਦੇ ਜਿਹੜੇ ਸਾਹਿਤ ਨਾਲ ਜੁੜੇ ਹੋਏ ਨੇ। ਉਹਨਾਂ ਨੇ ਮੈਨੂੰ ਦੱਸਿਆ ਮੇਰੀਆਂ ਸ਼ਾਬਦਿਕ ਗਲਤੀਆਂ ਕੱਢੀਆਂ, ਉਹ ਜੇ ਦੇਖਣਗੇ ਹੁਣ ਤੱਕ ਉਹ ਕੋਈ ਵੀ ਰਚਨਾ ਮੈਂ ਲਿਖਦਾ ਨਾਲ ਦੀ ਨਾਲ ਉਹਨਾਂ ਦਾ ਮੈਸੇਜ ਆ ਜਾਂਦਾ ਆ, ਉਹ ਸਾਰਿਆਂ ਨੂੰ ਨਾਲ ਦੀ ਨਾਲ ਕਹਿ ਦਿੰਦੇ ਕਿ ਸ਼ਾਬਦਿਕ ਗਲਤੀਆਂ, ਇਹਨਾਂ ਦਾ ਜਿਹੜਾ ਭਾਵ ਅਰਥ ਹੈ ਇਹ ਸਹੀ ਨਹੀਂ ਬਣ ਰਿਹਾ, ਇਹਨੂੰ ਵਿਚਾਰ ਦੁਬਾਰਾ। ਫਿਰ ਸੇਧ ਵੀ ਦਿੰਦੇ ਆ। ਅਤੇ ਬਹਿਰ ਦੀ ਗਲਤੀ ਕੱਢਣ ਲਈ ਵੀ ਸਾਰੇ ਇੱਥੋਂ ਅੰਮ੍ਰਿਤਸਰ ਤੋਂ ਹੀ ਨੇ, ਅਤੇ ਉਹ ਮੈਨੂੰ ਲੱਗਦਾ ਉਹ ਸਾਰਿਆਂ ਨੂੰ ਪਤਾ ਹੀ ਹੋਣਾ ਉਹਨਾਂ ਦਾ। ਉਹ ਆਪਾਂ ਕਹਿ ਸਕਦੇ ਸੰਭਾਵਨਾ ਮੈਗਜ਼ੀਨ ਕੱਢਦੇ ਸੀ, ਅਤੇ ਹੁਣ ਵੀ ਉਹਨਾਂ ਦੀ ਮੈਗਜ਼ੀਨ ਮਤਲਬ ਆਉਂਦੀ ਆ। ਉਹਨਾਂ ਨੇ ਮੈਨੂੰ ਕਿਤਾਬ ਪੜ੍ਹਨ ਉਪਰੰਤ ਫੋਨ ਕਰਕੇ ਕਾਫੀ ਸਮਝਾਇਆ ਸੀ, ਅਤੇ ਪਹਿਲਾਂ ਜਿਵੇਂ ਕਹਿ ਸਕਦੇ ਕਿ ਉਹਨਾਂ ਨੇ ਸ਼ੁਰੂਆਤ ਕੀਤੀ ਸੀ। ਨਵੀਂ ਕਿਤਾਬ ਜਿਹੜੀ ਆ ਉਹ ਕਦੋਂ ਅਤੇ ਕਿੰਨੇ ਪੰਨਿਆਂ ਦੀ ਹੋਊਗੀ, ਕਿੰਨੀਆਂ ਕਵਿਤਾਵਾਂ ਹੋਣਗੀਆਂ? ਨਵੀਂ ਕਿਤਾਬ ਹਾਲੇ ਮੈਂ ਕਹਿ ਸਕਦਾ ਹਾਂ ਕਿ ਸ਼ੁਰੂਆਤ ਆ ਉਸ ਚੀਜ਼ ਦੀ, ਕਿਉਂਕਿ ਜਦੋਂ ਆਪਾਂ ਕਿਸੇ ਚੀਜ਼ ਨੂੰ ਫਿਰ ਪੂਰੇ ਮਾਪਦੰਡ ਦੇ ਵਿੱਚ ਲੈ ਕੇ ਆਉਣੇ ਆ, ਉਹ ਫਿਰ ਸਮਾਂ ਜ਼ਿਆਦਾ ਮੰਗਦੀ ਆ।
ਕਿਉਂਕਿ ਇਹ ਜਿਹੜੀਆਂ ਰਚਨਾਵਾਂ ਸੀ ਇਹ ਮੈਂ ਕਾਫੀ 2015 ਤੋਂ ਕਹਿ ਸਕਦੇ ਹਾਂ ਕਿ ਲਿਖਦਾ ਆ ਰਿਹਾ ਸਾਂ। ਅਤੇ ਉਦੋਂ 2015 ਦੇ ਵਿੱਚ ਤਾਂ ਮੇਰਾ ਸਾਹਿਤ ਨਾਲ ਕੋਈ ਸਿੱਧਾ ਆਪਾਂ ਕਹਿ ਸਕਦੇ ਸੰਬੰਧ ਨਹੀਂ, ਸਿਰਫ ਇੱਕ ਕਹਿ ਸਕਦੇ ਸ਼ਾਇਦ ਰਾਣੀ ਤੱਤ ਕਿਤਾਬ ਉਦੋਂ ਪੜ੍ਹੀ ਸੀ ਮੈਂ, ਅਤੇ ਉਹ ਪੜ੍ਹ ਕੇ ਆਨੰਦ ਆਉਂਦਾ ਸੀ ਅਤੇ ਉਸੇ ਤਰੀਕੇ ਨਾਲ ਮੈਂ ਲਿਖਣਾ ਸ਼ੁਰੂ ਕੀਤਾ ਸੀ। ਮੈਨੂੰ ਕੋਈ ਬਹੁਤਾ ਪਤਾ ਵੀ ਨਹੀਂ ਸੀ ਕਿ ਮੈਂ ਗਜ਼ਲ ਲਿਖਦਾ ਹਾਂ ਜਾਂ ਕੀ ਲਿਖਦਾ ਹਾਂ। ਉਸ ਸਮੇਂ ਅਸਲ 'ਚ ਸ਼ੁਰੂਆਤ ਵਿੱਚ ਮੈਨੂੰ ਜਿਹੜਾ ਅੱਗੇ ਲੈ ਕੇ ਆਉਣ ਦੇ ਵਿੱਚ ਯੋਗਦਾਨ ਹੈਗਾ ਉਹ ਮਾਝਾ ਜਨਵਾਦੀ ਲਿਖਾਰੀ ਸਭਾ ਤਰਨਤਾਰਨ ਦਾ ਬਹੁਤ ਯੋਗਦਾਨ ਆ। ਕੀਰਤ ਪ੍ਰਤਾਪ ਪੰਨੂ ਸਰ ਹੋਣੀ, ਮਨਜਿੰਦਰ ਕਾਲਾ, ਉਹਨਾਂ ਦੀ ਵੀ ਕਿਤਾਬ ਆਈ ਹੋਈ ਆ ਹੁਣ ਪਿੱਛੇ ਜੇ ਨਾਲ ਹੀ ਰਿਲੀਜ਼ ਹੋਈ ਕੱਚੇ ਕੰਡੇ ਦੀ ਖੋਰ। ਉਹਨਾਂ ਨੇ ਮੈਨੂੰ ਅਸਲ ਵਿੱਚ ਨਾਲ ਜੋੜਿਆ ਸਭਾ ਦੇ, ਆ ਕੇ ਉਹਨਾਂ ਮੈਨੂੰ ਗਲਤੀਆਂ ਕੱਢਣੀਆਂ ਕਿ ਇੱਦਾਂ ਨਹੀਂ, ਤੇਰੇ ਬੋਲਣ ਦਾ ਤਰੀਕਾ ਨਹੀਂ ਸਹੀ ਹੈਗਾ। ਅਤੇ ਉਦੋਂ ਮੈਨੂੰ ਅਸਲ 'ਚ ਪਹਿਲੀ ਗੱਲ ਉਦੋਂ ਮੈਨੂੰ ਪਤਾ ਲੱਗਾ ਸੀ ਕਿ ਜੇ ਜੋ ਚੀਜ਼ ਮੈਂ ਲਿਖ ਰਿਹਾ ਉਹ ਗਜ਼ਲ ਆ। ਫਿਰ ਮੈਨੂੰ ਜ਼ਿਹਨ ਦੇ ਵਿੱਚ ਆਉਣ ਲੱਗ ਪਿਆ, ਜਾਂ ਬਾਅਦ ਵਿੱਚ ਵੀ ਜਿਹੜੇ ਪੜ੍ਹਨ ਵਾਲੇ ਪਾਠਕ ਸੀ ਜਾਂ ਕਿੱਦਾਂ ਉਹਨਾਂ ਨੇ ਇਹੀ ਕਿਹਾ ਕਿ ਇਹ ਗਜ਼ਲ ਆ। ਮੈਨੂੰ ਉਦੋਂ ਕੋਈ ਨਹੀਂ ਸੀ ਪਤਾ ਕਿ ਮੈਂ ਗਜ਼ਲ ਲਿਖਦਾ ਕਿ ਕੀ ਚੀਜ਼ ਲਿਖਦਾ। ਮੈਨੂੰ ਬਸ ਇਹ ਸੀ ਕਿ ਮੈਂ ਕੋਈ ਜੋ ਲਿਖ ਰਿਹਾ ਵਾਂ ਮੈਨੂੰ ਲਿਖ ਕੇ ਆਨੰਦ ਆਉਂਦਾ ਸੀ ਜਾਂ ਕਿਸੇ ਤੋਂ ਪ੍ਰਭਾਵਿਤ ਹੋ ਕੇ ਲਿਖ ਰਿਹਾ ਸਾਂ। ਫਿਰ ਮੇਰੇ ਵੀ ਜ਼ਿਹਨ ਵਿੱਚ ਉਹ ਗੱਲ ਬੈਠ ਗਈ ਅਤੇ ਮੈਂ ਉਸੇ ਆਧਾਰ 'ਤੇ ਹੀ ਆਪਣੇ ਵੱਲੋਂ ਤਾਂ ਮੈਂ ਪੂਰੀ ਕੋਸ਼ਿਸ਼ ਕੀਤੀ ਕਿ ਗਜ਼ਲ ਲਿਖੀ ਜਾਵੇ ਜਾਂ ਗਜ਼ਲ ਹੀ। ਆਪਣੇ ਵੱਲੋਂ ਮੈਂ ਐਵੇਂ ਕਹਾਂ ਮੈਂ ਗਜ਼ਲ ਹੀ ਲਿਖੀ ਹੈ। ਹੁਣ ਉਹ ਮਾਪਦੰਡ ਵਿੱਚ ਕਿਤੇ ਖਰੀ ਉਤਰਦੀ ਹੈ, ਕਿਤੇ ਨਹੀਂ ਉਤਰਦੀ, ਪਰ ਹਾਂ ਕਿਤਾਬ ਆਉਣ ਤੋਂ ਬਾਅਦ ਜਦੋਂ ਮੈਨੂੰ ਉਸ ਬਾਬਤ ਪਤਾ ਲੱਗਾ ਜਾਂ ਮੈਨੂੰ ਸਮਝਾਇਆ ਗਿਆ, ਸਿਖਾਇਆ ਗਿਆ, ਹੁਣ ਅੱਗੇ ਜਿਹੜਾ ਵਾ ਉਹ ਜ਼ਰੂਰ ਖਾਮੀਆਂ ਨੂੰ ਦੂਰ ਕਰਕੇ ਖਾਮੀਆਂ ਦੇ ਉੱਤੇ ਕੰਮ ਕਰ ਰਿਹਾ ਮੈਂ। ਅਗਲੀ ਕਿਤਾਬ ਆਉਣ ਦੇ ਬਾਰੇ ਜਿਹੜੀ ਮੁੱਖ ਗੱਲ ਇਹ ਆ ਕਿ ਕਿਤਾਬ ਹਾਲੇ ਸਾਲ ਤੇ ਲੱਗ ਹੀ ਜਾਏਗਾ, ਕਿਉਂਕਿ ਜਦੋਂ ਹੁਣ ਰਚਨਾਵਾਂ ਤਾਂ ਆਉਂਦੀਆਂ ਨੇ, ਪਰ ਕਾਹਲੀ ਕਰਨਾ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਉਹ ਸਹੀ ਨਹੀਂ ਹੈ। ਕਿਉਂਕਿ ਛਾਪਣ ਨੂੰ ਤਾਂ ਮੈਨੂੰ ਹੁਣ ਕਾਫੀ ਪਬਲੀਕੇਸ਼ਨ ਵਾਲੇ ਕਹਿ ਰਹੇ ਸੀ, ਕੁਝ ਨਵੇਂ ਨੇ ਕੁਝ ਪੁਰਾਣੇ ਨੇ, ਕਿ ਕਿਤਾਬ ਜਿਹੜੀ ਆ ਉਹ ਮਤਲਬ ਅਸੀਂ ਛਾਪਾਂਗੇ। ਅਤੇ ਪਰ ਮੈਨੂੰ ਲੱਗਦਾ ਕਿ ਨਹੀਂ, ਅਜੇ ਥੋੜ੍ਹਾ ਜੇ ਸਿੱਖ ਰਹੇ ਹਾਂ ਤਾਂ ਥੋੜ੍ਹਾ ਜਿਹਾ ਸਿੱਖ ਲਈਏ, ਪਹਿਲਾਂ ਸੋਬਤ ਨੂੰ ਥੋੜ੍ਹਾ ਜਿਹਾ ਸੋਧ ਕੇ ਇੱਕ ਵਾਰ ਰਿਸਪੌਂਸ ਦੇਖ ਲਈਏ ਕਿ ਆਪਾਂ ਜਿਹੜੀ ਚੀਜ਼ ਆਪਾਂ ਕਰ ਰਹੇ ਹਾਂ ਜੇ ਉਹਦੇ ਵਿੱਚ ਆਪਾਂ ਸਫਲ ਹੋ ਗਏ ਹਾਂ, ਫਿਰ ਅਗਲੀ ਕਿਤਾਬ ਜਲਦੀ ਆਏਗੀ। ਮੈਨੂੰ ਲੱਗਦਾ ਅਗਲੇ ਸਾਲ ਤੱਕ ਆ ਜਾਏਗੀ। ਕਦੇ ਮੀਤ ਜੀ ਪਿੰਗਲ ਪੜ੍ਹਨ ਦਾ ਮੌਕਾ ਵੀ ਮਿਲਿਆ? ਮੈਂ ਕਹਿੰਦਾ ਵਾ ਕਿ ਪਹਿਲਾਂ ਜਦੋਂ ਮੈਂ ਪਿੰਗਲ ਪੜ੍ਹਨਾ ਸ਼ੁਰੂ ਕੀਤਾ ਸੀ ਗਜ਼ਲ, ਮੈਨੂੰ ਅਸਲ ਵਿੱਚ ਜਦੋਂ ਮਾਝਾ ਜਨਵਾਦੀ ਲਿਖਾਰੀ ਸਭਾ ਨਾਲ ਜੁੜਿਆ ਸਾਂ ਮੈਂ, ਉਦੋਂ ਹੀ ਇਹਨਾਂ ਚੀਜ਼ਾਂ ਬਾਰੇ ਮੈਨੂੰ ਹੌਲੀ ਹੌਲੀ ਦੱਸਣਾ ਸ਼ੁਰੂ ਕਰ ਦਿੱਤਾ ਸੀ ਉਹਨਾਂ ਨੇ, ਪਿੰਗਲ ਅਤੇ ਅਰੂਜ਼ ਕੀ ਹੁੰਦੇ ਨੇ। ਪਰ ਜਦੋਂ ਮੈਂ ਉਹ ਚੀਜ਼ਾਂ ਲੈ ਕੇ ਪੜ੍ਹੀਆਂ, ਮੈਨੂੰ ਪੜ੍ਹਨ ਉਪਰੰਤ ਸਮਝ ਬਹੁਤੀ ਨਹੀਂ ਆਈ। ਉਹ ਸਮਝ ਮੈਨੂੰ ਉਦੋਂ ਹੀ ਆਈ ਜਦੋਂ ਮੈਨੂੰ ਸਰ ਉਹਨਾਂ ਨੇ ਫ਼ੋਨ ਕਰਕੇ ਦੱਸਿਆ ਕਿ ਨਹੀਂ, ਜੋ ਤੁਸੀਂ ਕਿਤਾਬਾਂ ਪੜ੍ਹ ਰਹੇ ਜੇ ਪਿੰਗਲ ਬਾਰੇ ਇਹ ਸਹੀ ਨਹੀਂ ਹੈਗੀਆਂ, ਤੁਸੀਂ ਦੀਪਕ ਜਤੋਈ ਉਹਨਾਂ ਦੀ ਕਿਤਾਬ ਪੜ੍ਹੋ, ਜਾਂ ਤੁਸੀਂ ਉਹਨਾਂ ਨੇ 2-4 ਨਾਮ ਦੱਸੇ ਹੋਰ। ਉਹਨਾਂ ਨੇ ਜਦੋਂ ਪੜ੍ਹਿਆ ਫਿਰ ਮੈਨੂੰ ਪਤਾ ਲੱਗਾ ਕਿ ਅਸਲ ਵਿੱਚ ਪਿੰਗਲ ਅਤੇ ਅਰੂਜ਼ ਹੁੰਦੀ ਕੀ ਚੀਜ਼ ਹੈ, ਜਾਂ ਇਸ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ। ਕਿਉਂਕਿ ਬਹੁਤਾ ਇਹਦੀ ਜਿਹੜੀ ਸ਼ਬਦਾਵਲੀ ਆ ਬਹੁਤੀਆਂ ਕਿਤਾਬਾਂ ਦੀ ਉਹ ਹੈਗੀ ਆਲੋਚਨਾਤਮਕ, ਔਖੀ ਸ਼ਬਦਾਵਲੀ ਆ, ਉਹ ਆਮ ਪਾਠਕ ਨੂੰ ਛੇਤੀ ਕਿਤੇ ਸਮਝ ਨਹੀਂ ਆਉਂਦੀ। ਹਾਂ, ਉਹਨੂੰ ਇੱਕ ਕੋਈ ਗੁਰੂ ਮਿਲ ਜੇ, ਉਹਨੂੰ ਸਮਝਾਉਣ ਵਾਲਾ ਮਿਲ ਜੇ, ਫਿਰ ਉਹ ਸੌਖੇ ਤਰੀਕੇ ਨਾਲ ਸਮਝ ਪੈ ਜਾਂਦੀ ਆ। ਹੁਣ ਮੇਰਾ ਪਿੰਗਲ ਅਤੇ ਅਰੂਜ਼ ਉੱਤੇ ਹੁਣ ਮੇਰਾ ਕਹਿ ਸਕਦੇ ਚਲੋ ਪੂਰੀ ਤਰ੍ਹਾਂ ਪਕੜਦੇ ਪਰ ਬੰਦਾ ਸਿੱਖਦਾ ਹੀ ਰਹਿੰਦਾ ਹੈ, ਪਰ ਕੁਝ ਹੱਦ ਤੱਕ ਮੈਂ ਹੁਣ ਅੱਗੇ ਜਿਹੜਾ ਵਾ ਉਹ ਸੁਧਰ ਕੇ ਜਾਂ ਆਪਣੇ ਆਪ ਨੂੰ ਸੁਧਾਰ ਕੇ ਲੈ ਕੇ ਆਵਾਂਗਾ। ਜੇ ਕਵੀ ਹੁੰਦਿਆਂ, ਇੱਕ ਕਵੀ ਹੋਣ ਦੇ ਨਾਤੇ ਰੋਜੀ ਰੋਟੀ ਲਈ ਕੋਈ ਹੋਰ ਵੀ ਕਿਤੇ ਸੇਵਾਵਾਂ ਅਰਪਿਤ ਕਰ ਰਹੇ ਹੋ ਅੱਜ ਕੱਲ੍ਹ? ਕਵੀ ਦਾ ਮੈਨੂੰ ਜਿੱਥੇ ਤੱਕ ਲੱਗਦਾ ਕਿ ਰੋਜੀ ਰੋਟੀ ਨਾਲ ਕੋਈ ਜ਼ਿਆਦਾ ਸੰਬੰਧ ਨਹੀਂ ਹੁੰਦਾ, ਕਿਉਂਕਿ ਲੇਖਕ ਜਿਹੜੇ ਹੁੰਦੇ ਜ਼ਿਆਦਾਤਰ ਗਰੀਬ ਟਾਈਪ ਹੀ ਹੁੰਦੇ ਆ। ਕਿਉਂਕਿ ਜੇਕਰ ਕੋਈ ਇਕੱਲਾ ਲਿਖਾਰੀ ਆ ਤਾਂ ਉਹਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਨਹੀਂ ਚਲਾ ਸਕਦਾ। ਮੈਂ ਬਤੌਰ ਸਹਾਇਕ ਪ੍ਰੋਫੈਸਰ BBK DAV ਕਾਲਜ ਅੰਮ੍ਰਿਤਸਰ ਸੇਵਾਵਾਂ ਨਿਭਾ ਰਿਹਾ ਹਾਂ, ਅਤੇ ਮੁੱਖ ਤੌਰ 'ਤੇ ਜਿਹੜਾ ਲੇਖਕ ਵਾਲਾ ਇਹ ਤਾਂ ਮੈਂ ਇੱਕ ਸ਼ੌਂਕ ਜਾਂ ਆਪਣੇ ਆਪ ਨੂੰ ਕਹਿ ਸਕਦੇ, ਜਾਂ ਅੰਦਰ ਜਿਹੜਾ ਇੱਕ ਲੇਖਕ ਬੈਠਾ ਹੁੰਦਾ ਉਹ ਆਪਣੇ ਆਪ ਬਾਹਰ ਆ ਜਾਂਦਾ। ਇਹਦਾ ਰੋਜੀ ਰੋਟੀ ਦੇ ਨਾਲ ਕੋਈ ਸਿੱਧੇ ਤੌਰ 'ਤੇ ਜਾਂ ਸਿੱਧੇ ਤੌਰ 'ਤੇ ਵੀ ਕੋਈ ਖਾਸ ਸੰਬੰਧ ਨਹੀਂ ਹੈਗਾ। ਬਾਕੀ ਇਸ ਕਿਤਾਬ ਕਰਕੇ ਜੋ ਮੈਨੂੰ ਪ੍ਰਸ਼ੰਸਾ ਮਿਲ ਰਹੀ ਹੈ, ਕਿਤੇ ਨਾ ਕਿਤੇ ਮੈਨੂੰ ਇੱਕ ਉਹ ਪੈਸੇ ਨਾਲੋਂ ਜਾਂ ਬਾਕੀ ਜਿਹੜੀਆਂ ਦੁਨਿਆਵੀ ਚੀਜ਼ਾਂ ਉਹਦੇ ਨਾਲੋਂ ਕਿਤੇ ਜ਼ਿਆਦਾ ਆਨੰਦ ਦਿੰਦੀ ਹੈ ਚੀਜ਼। ਰਾਤੋਂ ਰਾਤ ਸੋਬਤ ਨੇ ਤੁਹਾਨੂੰ ਸਟਾਰ ਬਣਾਇਆ, ਕੋਈ ਆਪਣੇ ਚਾਹੁਣ ਵਾਲਿਆਂ ਦੇ ਨਾਂ, ਪ੍ਰਸ਼ੰਸਕਾਂ ਦੇ ਨਾਂ, ਆਪਣੇ ਦੋਸਤਾਂ ਦੇ ਨਾਂ, ਮਿੱਤਰਾਂ ਦੇ ਨਾਂ, ਸਨੇਹੀਆਂ ਦੇ ਨਾਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ? ਮੇਰਾ ਇੱਦਾਂ ਹੀ ਸ਼ੇਰ ਹੈ ਕਿ ਸ਼ੁਕਰਗੁਜ਼ਾਰ ਹਾਂ ਮੈਨੂੰ ਪਲਕਾਂ 'ਤੇ ਬਿਠਾਉਣ ਵਾਲੜਿਓ, ਮੈਨੂੰ ਉਹ ਕੁਝ ਵੀ ਦਿੱਤਾ ਜੇ ਮੈਂ ਜਿਸ ਦਾ ਹੱਕਦਾਰ ਨਹੀਂ ਸੀ। ਇਹ ਮੈਨੂੰ ਜਿੱਥੇ ਤੱਕ ਲੱਗਦਾ ਵਾ ਕਿ ਸੱਚੀ ਜਦੋਂ ਕਿਤਾਬ ਰਿਲੀਜ਼ ਹੋਣੀ ਸੀ
ਸ਼ਾਮੀ ਅਸੀਂ ਬੈਠੇ ਹਾਂ, ਸ਼ਾਮੀ ਸਾਡੀ ਗੱਲ ਹੋਈ ਕਿ ਕਿਤਾਬ ਤੇ ਕੱਲ੍ਹ ਨੂੰ ਛਪ ਕੇ ਆ ਜਾਣੀ ਆ, ਪਰ ਜੇ ਕਿਸੇ ਨੇ ਨਾ ਖਰੀਦੀ ਤੇ ਫਿਰ ਕੀ ਕਰਾਂਗੇ। ਤੇ ਮੈਂ ਉਦੋਂ ਆਪਣੇ ਨੂੰ ਮਨ ਨੂੰ ਹੌਸਲਾ ਦਿੱਤਾ, ਮੈਂ ਕਿਹਾ ਕੋਈ ਗੱਲ ਹੀ ਨਹੀਂ, ਕਿਤਾਬ ਜਾਏਗੀ। ਜਿਵੇਂ ਆਪਾਂ ਨੋਰਮਲੀ ਐਵੇਂ ਆਪਣਾ ਅੰਦਰੋਂ ਆਪ ਡਰੇ ਹੁੰਦੇ ਆ, ਪਰ ਉੱਦਾਂ ਹੌਸਲੇ ਜਿਹੇ ਦੀ ਗੱਲ ਕਰੀਏ, ਮੈਂ ਵੀ ਇੱਦਾਂ ਹੀ ਕੀਤਾ। ਪਰ ਜਦੋਂ ਮੈਂ ਉਸ ਸਮੇਂ ਕਾਲਜ ਸੀ, ਜਦੋਂ ਸ਼ਾਮ ਨੂੰ ਮਤਲਬ 12 ਕੁ ਵਜੇ ਕਿਤਾਬ ਜਿਹੜੀ ਸਟਾਲ 'ਤੇ ਪਹੁੰਚ ਗਈ ਸੀ, ਮੈਂ ਜੇ ਕਾਲਜ ਸਾਂ, ਮੈਨੂੰ ਮੈਸੇਜ ਆਇਆ ਰਵੀ ਭਾਜੀ ਹੁਣਾਂ ਦਾ, ਅਤੇ ਉਹਨਾਂ ਦਾ ਉਹ ਜਦੋਂ ਮੈਨੂੰ ਉਹਨਾਂ ਨੇ ਮੈਸੇਜ ਕੀਤਾ, ਔਨਲਾਈਨ ਸਾਹਿਤ ਬਾਜ਼ਾਰ ਕਰਕੇ ਉਹ ਆਪਣਾ ਇੱਕ ਪੇਜ ਚਲਾਉਂਦੇ ਆ, ਕਿਤਾਬਾਂ ਸੇਲ ਕਰਦੇ ਆ। ਉਹਨਾਂ ਮੈਨੂੰ ਦੱਸਿਆ ਕਿ ਪਹਿਲੇ ਦਿਨ ਤੇਰੀ ਕਿਤਾਬ ਆਉਂਦਿਆਂ ਹੀ ਇੰਨੀਆਂ ਕਾਪੀਆਂ ਵਿਕ ਗਈਆਂ। ਮੈਨੂੰ ਮਤਲਬ ਖੁਸ਼ੀ ਹੋਈ ਕਿ ਮੈਨੂੰ ਉਹ ਚਾਅ ਸੀ ਕਿ ਮੈਂ ਛੇਤੀ ਛੇਤੀ ਪਹੁੰਚਾਂ, ਇੱਕ ਕਿਤਾਬ ਆਈ ਦਾ ਚਾਅ ਹੁੰਦਾ। ਜਦੋਂ ਮੈਂ ਸ਼ਾਮੀ ਖਾਲਸਾ ਕਾਲਜ ਪੁਸਤਕ ਮੇਲੇ 'ਤੇ ਪਹੁੰਚਿਆ, ਅਤੇ ਉੱਥੇ ਮੇਰੇ ਆਟੋਗ੍ਰਾਫ ਲੈਣ ਵਾਲੇ ਬੜੇ ਸੀ, ਜਿਹੜੇ ਕਿਤਾਬ ਖਰੀਦਦੇ ਸੀ ਉਹਨਾਂ ਨਾਲ ਆਟੋਗ੍ਰਾਫ ਲੈਣੇ। ਆਪਣੇ ਜਸਵੀਰ ਬੇਗਮਪੁਰਾ ਨੇ ਸਰ ਉਹਨਾਂ ਕੋਲ ਮੈਂ ਖਲੋਤਾ, ਉਹਨਾਂ ਨੇ ਉੱਥੇ ਕਹਿ ਕੇ ਤੇਰੇ ਆਟੋਗ੍ਰਾਫ ਲੈਣ ਵਾਲੇ ਖਲੋਤੇ, ਇਹਨਾਂ ਨੂੰ ਕਿਤਾਬ ਉੱਤੇ ਆਟੋਗ੍ਰਾਫ ਕਰਕੇ ਦੇ ਖੁਸ਼ੀ ਹੋਈ। ਆਪਣੇ ਸੁਖਰਾਜ ਭਾਜੀ ਆ ਕਿਤਾਬਾਂ ਵਾਲਾ ਕੈਫੇ, ਉਹਨਾਂ ਨੇ ਵੀ ਕਿਹਾ ਕਿ ਤੁਹਾਡੇ ਕਿਤਾਬਾਂ ਦੇ ਤੁਹਾਡੇ ਮਤਲਬ ਕਿ ਪ੍ਰਸ਼ੰਸਕ ਆਏ ਹੋਏ ਨੇ, ਇਹਨਾਂ ਨੂੰ ਤੁਸੀਂ ਕਿਤਾਬਾਂ ਦੇ ਉੱਤੇ ਆਟੋਗ੍ਰਾਫ ਦਿਓ। ਅਤੇ ਆਪਣਾ ਕਿਤਾਬਾਂ ਵਾਲਾ ਰੱਖਣਾ, ਉਹਨਾਂ ਨੇ ਵੀ ਜਦੋਂ ਉਹਨਾਂ ਕੋਲ ਮੈਂ ਜਿਨ੍ਹਾਂ ਕੋਲ ਕਿਤਾਬ ਪਹੁੰਚੀ ਸੀ ਪਹਿਲੇ ਦਿਨ, ਮਤਲਬ ਗਿਣੀਆਂ 'ਚ ਪਹਿਲਾਂ ਤਾਂ ਸਭ ਤੋਂ ਪਹਿਲਾਂ ਜਸਵੀਰ ਬੇਗਮਪੁਰਾ ਉਹਨਾਂ ਕੋਲ ਹੀ ਕਿਤਾਬ ਸੀ, ਕਿਉਂਕਿ ਇੱਕ ਨਵੀਂ ਕਿਤਾਬ ਨੂੰ ਚਲੋ ਮੈਂ ਬਾਕੀ ਨਹੀਂ ਕਿਸੇ ਨੂੰ ਕਹਿੰਦਾ, ਸਾਰੇ ਬਹੁਤ ਪਿਆਰ ਦਿੱਤਾ, ਪਰ ਨਵੀਂ ਕਿਤਾਬ ਨੂੰ ਛੇਤੀ ਕਿਤਿਆਂ ਕੋਈ ਹੱਲਾਸ਼ੇਰੀ ਨਹੀਂ ਦਿੰਦਾ। ਪਹਿਲਾਂ ਜਸਵੀਰ ਬੇਗਮਪੁਰਾ ਉਹਨਾਂ ਸਰ ਉਹਨਾਂ ਕੋਲ ਹੀ ਕਿਤਾਬ ਪਹੁੰਚੀ ਸੀ, ਉਹਨਾਂ ਨੇ ਸਭ ਤੋਂ ਪਹਿਲਾਂ ਕਿਤਾਬ ਦੀ ਜਿਹੜੀ ਵੇਚਣ ਦੀ ਸ਼ੁਰੂਆਤ ਜਿਹੜੀ ਕੀਤੀ ਉਹਨਾਂ ਨੇ ਕੀਤੀ। ਜਦੋਂ ਉਹਨਾਂ ਤੋਂ ਕਿਤਾਬ ਗਈ ਜਾਂ ਮੇਰੇ ਜਾਣਨ ਵਾਲੇ ਜਾਂ ਚਾਹੁਣ ਵਾਲੇ, ਉਹਨਾਂ ਨੇ ਜਦੋਂ ਆ ਕੇ ਕਿਤਾਬ ਦੀ ਡਿਮਾਂਡ ਕੀਤੀ, ਫਿਰ ਸਾਰੇ ਮੇਲੇ ਵਿੱਚ ਕਿਤਾਬ ਪਹਿਲੇ ਦਿਨ, ਤੀਸਰੇ ਦਿਨ ਮੇਰੇ ਹਿਸਾਬ ਨਾਲ ਪਹਿਲਾ ਐਡੀਸ਼ਨ ਜਿਹੜਾ ਇਹ ਸੋਲਡ ਆਊਟ ਹੋ ਗਿਆ ਸੀ। ਤੀਸਰੇ ਦਿਨ ਸ਼ਾਮ ਤੋਂ ਪਹਿਲਾਂ ਸੋਲਡ ਆਊਟ ਹੋ ਗਿਆ ਸੀ। ਅਤੇ ਮੈਨੂੰ ਬਸ ਇਹ ਆ ਕਿ ਚਾਹੁਣ ਵਾਲਿਆਂ ਨੂੰ, ਆਪਣੇ ਜਿਹੜੇ ਮੈਨੂੰ ਪਿਆਰ ਕਰਦੇ ਉਹਨਾਂ ਨੂੰ ਬਸ ਇਹੀ ਆ ਕਿ ਮੇਰੀਆਂ ਖਾਮੀਆਂ ਭਰੀ ਜਿਹੜੀ, ਹੁਣ ਤੁਸੀਂ ਪਹਿਲਾਂ ਗੱਲ ਕੀਤੀ ਸੀ ਕਿ ਤੁਸੀਂ ਆਪਣੀਆਂ ਖਾਮੀਆਂ ਦੱਸ ਰਹੇ ਜੇ, ਖਾਮੀਆਂ ਜ਼ਿਆਦਾਤਰ ਲੋਕ ਛੁਪਾਉਂਦੇ ਨੇ। ਮੈਨੂੰ ਜਿੱਥੇ ਤੱਕ ਲੱਗਦਾ ਕਿ ਜੇਕਰ ਮੈਨੂੰ ਮੇਰੀਆਂ ਖਾਮੀਆਂ ਦਾ ਅਹਿਸਾਸ ਹੋ ਗਿਆ ਹੋਵੇ, ਅਤੇ ਫਿਰ ਜੇ ਮੈਂ ਉਹਨਾਂ ਨੂੰ ਛੁਪਾਵਾਂਗਾ ਤਾਂ ਫਿਰ ਸਾਰੀ ਜ਼ਿੰਦਗੀ ਕਾਮਯਾਬ ਨਹੀਂ ਹੋ ਸਕਾਂਗਾ, ਕਿਉਂਕਿ ਜੇ ਆਪਣੀਆਂ ਖਾਮੀਆਂ ਤੋਂ ਸਿੱਖ ਕੇ ਸੁਧਾਰ ਕਰਕੇ ਜੇ ਆਪਾਂ ਅੱਗੇ ਆਵਾਂਗੇ ਤਾਂ ਉਹ ਜ਼ਿਆਦਾ ਵਧੀਆ ਚੀਜ਼ ਰਹੇਗੀ। ਅਤੇ ਮੈਨੂੰ ਚਾਹੁਣ ਵਾਲੇ ਜਿਹੜੇ ਮੇਰੇ ਪਿਆਰ ਕਰਨ ਵਾਲੇ ਆ, ਉਹ ਮੈਨੂੰ ਸਿਖਾਉਂਦੇ ਨੇ ਸੁਧਾਰਨ ਲਈ, ਮੇਰੇ ਵਿੱਚ ਸੁਧਾਰ ਕਰਨ ਦਾ ਮੈਨੂੰ ਮੌਕਾ ਦਿੰਦੇ ਨੇ ਜਾਂ ਮੈਨੂੰ ਉਤਸ਼ਾਹਿਤ ਕਰਦੇ ਨੇ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਅਤੇ ਬਾਕੀ ਜਿਨ੍ਹਾਂ ਨੇ ਹੁਣ ਤੱਕ ਸੋਹਬਤ ਨਹੀਂ ਪੜ੍ਹੀ, ਮੈਂ ਇਹੀ ਉਮੀਦ ਕਰਾਂਗਾ ਕਿ ਜਿਨ੍ਹਾਂ ਨੂੰ ਵੀ ਮੇਰੀ ਸੋਹਬਤ ਬਾਰੇ ਪਤਾ ਲੱਗਾ ਆ ਜਾਂ ਇਸ ਇੰਟਰਵਿਊ ਤੋਂ ਬਾਅਦ ਪਤਾ ਲੱਗੇਗਾ, ਉਹ ਜ਼ਰੂਰ ਕਿਤਾਬ ਜਿਹੜੀ ਆ ਮੰਗਵਾ ਕੇ ਪੜ੍ਹਨ, ਅਤੇ ਉਹਨਾਂ ਨੂੰ ਵਧੀਆ ਲੱਗੇਗਾ, ਆਨੰਦ ਆਏਗਾ, ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਦੋਸਤੋ, ਗੂਗਲੀ ਐਂਟਰਟੇਨਮੈਂਟ ਚੈਨਲ 'ਤੇ ਐਪੀਸੋਡ 45 ਦੇ ਵਿੱਚ ਤੁਸੀਂ ਬਹੁਤ ਹੀ ਨੇੜਿਓਂ ਹੋ ਕੇ ਵੇਖਿਆ ਵਾ ਮੀਤ ਜੀ ਨੂੰ। ਮੀਤ ਜੀ ਸੋਹਬਤ ਦੇ ਨਾਂ ਨਾਲ ਮਸ਼ਹੂਰ ਹੋ ਚੁੱਕੇ ਨੇ, ਅਤੇ ਅਸੀਂ ਵੀ ਇਸੇ ਤਰ੍ਹਾਂ ਹੀ ਮਾਂ ਬੋਲੀ ਪੰਜਾਬੀ ਦੀ ਜਿਹੜੀ ਆ ਸੇਵਾ ਦੇ ਵਿੱਚ ਜੁਟੇ ਹੋਏ ਆ। ਪ੍ਰਚਾਰ ਅਤੇ ਪ੍ਰਸਾਰ ਲਈ ਇਸ ਚੈਨਲ ਰਾਹੀਂ ਨਿਮਾਣਾ ਜਿਹਾ ਯਤਨ ਕਰ ਰਹੇ ਹਾਂ ਕਿ ਚੰਗੀਆਂ ਸ਼ਖਸੀਅਤਾਂ ਜਿਹੜੀਆਂ ਵਾ ਹਰ ਹਫਤੇ ਤੁਹਾਡੇ ਰੂਬਰੂ ਹੋਣ। ਅਤੇ ਮੇਰੇ ਨਾਲ ਹਮੇਸ਼ਾ ਦੀ ਤਰ੍ਹਾਂ ਹੀ ਮੇਰੇ ਦੋਸਤ ਨਵਦੀਪ ਸੋਤਾ ਜੀ ਇਸ ਵੇਲੇ ਇਸ ਇੰਟਰਵਿਊ ਨੂੰ ਕਵਰ ਕਰ ਰਹੇ ਆ। ਅਤੇ ਦੋਸਤੋ, ਜਾਂਦੇ ਜਿਹੜੇ ਉਹ ਤੁਹਾਨੂੰ ਮੀਤ ਜੀ ਜਿਹੜੇ ਨੇ ਕੁਝ ਸ਼ਿਵਜੀ ਕੁਮਾਰ ਬਟਾਲਵੀ ਦੀਆਂ ਔਰ ਪਾਜ ਜੀ ਦੀਆਂ ਜਿਹੜੀਆਂ ਕਵਿਤਾਵਾਂ ਨੇ ਉਹ ਜ਼ਰੂਰ ਰੂਬਰੂ ਕਰਨਗੇ। ਨਿੱਕੇ ਕਲਿੱਪ ਜਿਹੜੇ ਆ ਉਹ ਤੁਸੀਂ ਝਾਤੀ ਜ਼ਰੂਰ ਮਾਰ ਲਿਓ। ਧੰਨਵਾਦ ਸਾਰਿਆਂ ਦਾ। ਰੋਗ ਬਣ ਕੇ ਰਹਿ ਗਿਆ ਪਿਆਰ ਤੇਰੇ ਸ਼ਹਿਰ ਦਾ, ਮੈਂ ਮਸੀਹਾ ਵੇਖਿਆ ਬਿਮਾਰ ਤੇਰੇ ਸ਼ਹਿਰ ਦਾ, ਇਹਦੀਆਂ ਗਲੀਆਂ ਮੇਰੀ ਚੜ੍ਹਦੀ ਜਵਾਨੀ ਖਾ ਲਈ, ਕਿਉਂ ਕਰਾਂ ਨਾ ਦੋਸਤਾ ਸਤਿਕਾਰ ਤੇਰੇ ਸ਼ਹਿਰ ਦਾ, ਕਿਉਂ ਕਰਾਂ ਨਾ ਦੋਸਤਾ ਸਤਿਕਾਰ ਤੇਰੇ ਸ਼ਹਿਰ ਦਾ। ਕਾਲੀਆਂ ਸ਼ਾਹ ਕਾਲੀਆਂ ਰਾਤਾਂ ਵਿੱਚ ਜਦੋਂ ਪਲ ਪਲਾਂ ਤੋਂ ਸਹਿਕਦੇ ਹਨ, ਉਦੋਂ ਚਬਾਰਿਆਂ ਦੀ ਰੌਸ਼ਨੀ ਬਾਰੀਆਂ 'ਚੋਂ ਕੁੱਦ ਕੇ ਖੁਦਕੁਸ਼ੀ ਕਰ ਲੈਂਦੀ ਹੈ। ਇਨ੍ਹਾਂ ਸ਼ਾਂਤ ਰਾਤਾਂ ਦੇ ਗਰਭ ਵਿੱਚ ਜਦੋਂ ਬਗਾਵਤ ਖੌਲਦੀ ਹੈ, ਉਦੋਂ ਚਾਨਣੇ ਬੇਚਾਨਣੇ ਕਦੇ ਵੀ ਕਤਲ ਹੋ ਸਕਦਾ ਹਾਂ ਮੈਂ। ਪਿਆਰੇ ਦੋਸਤੋ,
ਤੁਹਾਡੇ ਆਪਣੇ ਚੈਨਲ ਗੁਗਲੀ ਐਂਟਰਟੇਨਮੈਂਟ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ, ਸ਼ੇਅਰ ਤੇ ਲਾਈਕ ਕਰਿਓ। ਤੁਹਾਨੂੰ ਅੱਜ ਦੀ ਇਹ ਇੰਟਰਵਿਊ ਕਿੱਦਾਂ ਦੀ ਲੱਗੀ, ਇਸ ਬਾਰੇ ਆਪਣੇ ਵਿਚਾਰ ਦੇਣਾ। ਸਾਨੂੰ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਰਹੇਗਾ। ਬਹੁਤ ਬਹੁਤ ਧੰਨਵਾਦ।